अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, गुजरांवाला के इलाका में हुई कत्ल की खौफनाक वारदात। शौहर ने अपने साले के साथ मिलकर अपनी ही बीवी को गैरत के नाम पर कत्ल कर दिया और लाश को गंदे नाले में फेंक दिया। ये सब कुछ कैसे हुआ, पुलिस मुल्ज़िमान तक कैसे पहुंची, ये बताएंगे आज के प्रोग्राम तफ्तीशी में। लेकिन इस वक्त हम थाना सदर गुजरांवाले में मौजूद हैं, जहां पर हमारे साथ ऐसा मुल्जिम मौजूद है जिसने अपनी ही बीवी को गैरत के नाम पर अपने साले के साथ मिलकर मौत के घाट उतार दिया और उसके बाद उस कत्ल के मुकदमे का मुद्दई भी ये खुद ही बन गया और बाद पुलिस ने इसकी सारी चालाकी को चकनाचूर कर दिया और इसे गिरफ्तार कर लिया। इसने ये सब कुछ क्यों किया, क्या वजूहात हैं और कब से ये गैरत का मामला बनाए बैठा था और कैसे इसने साले को मिलाया, ये सारी वारदात की कहानी इसी की ज़ुबानी जानते हैं। की ना है रऊफ सर की करना रऊफ? कूड़े का काम सर करीदा। कूड़ा चुकना है? हाँ जी सर। सही है। किन्ने बच्चे ही? एक बेटी एक बेटा है सर। किन्ने साल दे? बेटा है 5 साल का, बेटी 8 साल की। बेटा 5 साल का, बेटी 8 साल दी है जी सर। ते किन्ना अरसा पहले तेरी शादी हुई सी? मेरी सर 2011 ਚ ਹੋਈ ਸੀ। 2011 ਚ। ਰਿਸ਼ਤੇਦਾਰ ਸੀ ਜਿਨ੍ਹਾਂ ਨਾਲ ਸ਼ਾਦੀ ਜਿਹਦੇ ਨਾਲ ਸ਼ਾਦੀ ਇਹ ਕੀਤੀ? ਗੈਰ ਸਨ ਸਰ। ਗੈਰ ਹੈਗੇ ਸੀ? ਹਾਂ ਜੀ। ਅਰੇਂਜ ਮੈਰਿਜ ਸੀ ਕਿ ਲਵ ਮੈਰਿਜ ਸੀ? ਨਹੀਂ ਸਰ, ਇਹ ਉਹ ਰਿਸ਼ਤੇਦਾਰ ਸਾਡੇ ਉਹਨਾਂ ਕਰਵਾਇਆ ਸੀ ਰਿਸ਼ਤਾ। अच्छा, आप रिश्ता कराया सी, लव मैरिज नहीं सी? नहीं सर। नाजरीन, इस वक्त हमारे साथ वो मुल्जिम नईम मौजूद है जिसने अपने बहनोई के साथ मिलकर अपनी ही सगी बहन को गैरत के नाम पर मौत के घाट उतार दिया। पहले उसकी कत्ल किया और उसके बाद उसकी लाश को गंदे नाले में फेंक दिया। काफ़ी रोज़ तक तो ये ड्रामा करते रहे, फिर बिलाखिर पुलिस ने इनको गिरफ्तार कर लिया। ये कत्ल की वारदात किस तरह से की, इसी की ज़ुबानी जानते हैं। हाँ भाई, की ना है? नईम सर जी। नईम की करना है? कढ़ाई का काम सर। मेरे हल वेख, कढ़ाई का काम। शादीशुदा है? नहीं, हाँ। कुंवारे हैं। कुंवारा है? कितनी उम्र ही? मेरी उम्र है सर जी को 40-39 साल। अच्छा, शादी क्यों नहीं की? बस उंज नहीं सर जी, वालद साहब फौत हो गए हैं, इस वजह तो फिर गरीब खानदान ही। सही है। किन्ने भैन भरा हो? अही 6 भैन ने, 2 भाई हैं। अच्छा, ਇਹ ਕਿੰਨਵੇਂ ਨੰਬਰ ਤੇ ਸੀ ਭੈਣ ਸ਼ਮੈਲਾ? ਇਹ ਹੀ ਸਰ ਜੀ ਨਾ ਕੀ ਲਈਦਾ ਚੌਥੇ ਨੰਬਰ ਤੇ। ਚੌਥੇ ਨੰਬਰ ਤੇ? ਹਾਂਜੀ। ਤੇਰੇ ਤੋਂ ਛੋਟੀ ਸੀ? ਹਾਂਜੀ, ਮੇਰੇ ਤੋਂ ਛੋਟੀ। ਕਿੰਨੀ ਛੋਟੀ ਹੈ ਹੀ ਕੋਈ 4-5 ਸਾਲ ਛੋਟੀ ਸੀ। ਅੱਛਾ, ਤੂੰ ਸਭ ਤੋਂ ਵੱਡਾ? ਹਾਂਜੀ। ਅੱਛਾ। ਨਹੀਂ ਮੇਰੇ ਤੋਂ ਸਾਇਬ ਵੱਡਾ ਵੇ, ਇੱਕ ਮੇਰਾ ਭਾਈ ਹੈ। ਠੀਕ ਹੈ। ਇੱਕ ਭੈਣ ਸਾਡੇ ਤੋਂ ਵੱਡੀ। ਇਹ ਕਿੰਨੇ ਸਾਲ ਦੀ ਸੀ? ਇੱਕ 33 ਸਾਲ ਦੀ ਸਰ ਜੀ ਹੈ ਇਹ। ਅੱਛਾ, 7 ਸਾਲ ਛੋਟੀ ਸੀ ਤੇ? ਹਾਂਜੀ। ਸਹੀ ਹੈ। ਕਦੋਂ ਵਿਆਹ ਕੀਤਾ ਸੀ ਇਹਦਾ? ਇਹ ਵਿਆਹ ਕੀਤਾ ਸੀ ਸਰ ਜੀ 2011 ਦੇ ਵਿੱਚ। ਅੱਛਾ, ਇਹ ਰਿਸ਼ਤੇਦਾਰ ਸੀ? ਨਹੀਂ, ਉਹ ਬੜੇ ਹੀ ਹੈ। ਉਹ ਬੜੇ ਹੀ। ਉਹ ਬੜੇ? ਅੱਛਾ, ਠੀਕ ਹੈ। ਭਰਾਏ ਨੇ? ਭਰਾਏ ਨੇ। ਠੀਕ ਹੈ। ਤੇ ਕਹਿੰਦੇ ਅਰੇਂਜ ਮੈਰਿਜ ਹੋਈ ਸੀ, ਲਵ ਮੈਰਿਜ? ਇਹ ਸਰ ਜੀ ਨੇ ਆਪਣੀ ਪਸੰਦ ਹੀ ਕੀਤੀ ਸੀ। ਇਹ ਕੁੜੀ ਨੇ? ਹਾਂਜੀ, ਉਹ ਫਿਰ ਸਾਡੇ ਅੱਬੂ ਨੇ ਨਾ ਬਾਦੋਂ ਨਿਕਾਹ ਕਰਾ ਦਿੱਤਾ ਸੀ। ਅੱਛਾ, ਪਹਿਲੇ ਭੱਜ ਕੇ ਸ਼ਾਦੀ ਕਰ ਲਈ ਸੀ ਇਹਦੇ ਨਾਲ? ਹਾਂਜੀ। ਅੱਛਾ। ਫਿਰ ਬਾਦੋਂ ਨੇ ਅੱਬੂ ਨੇ ਨਾ ਨਿਕਾਹ ਕਰ ਦਿੱਤਾ ਸੀ। ਤੇ ਕੈਸੀ ਜ਼ਿੰਦਗੀ ਗੁਜ਼ਰ ਰਹੀ ਸੀ ਸ਼ਾਦੀ ਤੋਂ ਬਾਅਦ? बड़ी सोहनी अच्छी सर गुजर रही सी। अच्छा। बस तकरीबन मेरे ख्याल कोई 5-6 महीने हो गए ने। कदी ਉਹ ਤੇ ਇਹ ਨਹੀਂ ਸੀ ਕਦੀ ਕਿਹਾ ਵੀ ਤੂੰ ਗਲਤ ਹੈ, ਤੂੰ ਗਲਤ ਹੈ। ਬਸ ਕੀ ਮਤਲਬ ਤੂੰ ਗਲਤ ਹੈ? ਆ ਵੀ ਤੂੰ ਉਹਦੇ ਨਾਲ ਗਲਤ ਹੈ, ਤੂੰ ਉਹਦੇ ਨਾਲ ਗਲਤ ਹੈ। ਅੱਛਾ, ਮਤਲਬ ਉਹਦੇ ਤੇ ਕਦੀ ਸ਼ੱਕ ਵੀ ਨਹੀਂ ਕੀਤਾ? ਸ਼ੱਕ ਨਹੀਂ ਸਰ ਕੀਤਾ ਕਦੀ। ਹਾਂ, ਜ਼ਿੰਦਗੀ ਅੱਛੀ ਗੁਜ਼ਰ ਹਾਂ, ਰਹੀ ਅੱਛੀ ਸੀ, ਸੋਹਣੀ ਬੱਚੇ ਹੋਏ, ਮਤਲਬ ਹਾਂ ਬੜੀ ਜ਼ਾਹਿਰੀ ਸੋਹਣੀ। ਜਿਹੀ ਗੱਲ ਹਾਂਜੀ, ਹੈ। ਬੜੀ ਸੋਹਣੀ ਗੁਜ਼ਰਦੀ ਰਹੀ ਹੈ। ਸਹੀ ਹੈ। ਤੇ ਫਿਰ ਅਚਾਨਕ ਖਰਾਬੀ ਕਦੋਂ ਪੈਦਾ ਹੋਈ, ਇਹ ਕਿਸ ਸਾਰਾ ਟਾਈਮ ਪੈਦਾ ਹੋਈ? ਇਹ ਮੇਰੇ ਖਿਆਲ ਹੈ ਸਰ ਕੋਈ 5 ਮਹੀਨੇ ਹੋ ਗਏ ਨੇ ਇਸ ਗੱਲ ਨੂੰ। ਅੱਛਾ। ਮੈਂ ਸਾਰਾ ਦਿਨ ਕੰਮ ਤੇ ਰਹਿੰਦਾ ਹੁੰਦਾ ਸਾਂ ਅੱਛਾ। ਤੇ ਸ਼ਾਮੀ ਆਣਾ ਹੈ ਤੇ ਉਹ ਤੁਹਾਨੂੰ ਪਤਾ ਹੈ ਫਿਰ ਸਾਰਾ ਦਿਨ ਤੇ ਕੂੜੇ ਦਾ ਬੰਦਾ ਥੱਕਿਆ ਹੁੰਦਾ, ਸੌਂ ਜਾਣਾ। ਤੇ ਕਦੀ ਸ਼ੱਕ ਨਹੀਂ ਸੀ ਕੀਤਾ। ਫਿਰ ਉਹਦੇ ਭਾਈ ਨੂੰ ਕੋਈ ਪਤਾ ਸੀ ਇਸ ਚੀਜ਼ ਦਾ। ਕੀ ਖਰਾਬੀ ਕੀ ਪੈਦਾ ਹੋਈ 5 ਮਹੀਨੇ ਪਹਿਲੇ? ਕੀ ਲੱਗਾ, ਮਤਲਬ ਕਿੰਜ ਹੋਇਆ? ਬਸ ਉਹ ਇਹ ਹੁੰਦਾ ਸੀ ਨਾ, ਵੇਖੋ ਘਰੋਂ ਬਾਹਰ ਨਿਕਲ ਜਾਣਾ ਤੇ ਮਰਜ਼ੀ ਨਾਲ ਆਣਾ। ਕੰਮ ਕਰਦੀ ਸੀ ਉਹ? ਨਹੀਂ, ਘਰ ਪੇ ਰਹਿੰਦੀ ਸੀ। ਘਰ 'ਚ ਰਹਿੰਦੀ ਸੀ? ਹਾਂਜੀ, ਘਰ ਹੀ ਅੱਛਾ। ਤੇ ਰਹਿੰਦੀ। ਕਿੱਥੇ ਨਿਕਲ ਜਾਣਾ? ਬਸ ਆਪਣੇ ਭੈਣਾਂ ਭਰਾਵਾਂ ਨਾਲ ਟੁਰ ਜਾਣਾ, ਆ ਜਾਣਾ। ਕਦੀ ਅੱਛਾ। ਪੁੱਛੀ ਨਹੀਂ ਸੀ ਵੀ ਕਿਉਂ ਜਾਨੀ ਕਿਉਂ ਨਹੀਂ ਸੀ। ਅੱਛਾ। ਕਦੀ ਦਿਲ ਦੇ ਵਿੱਚ ਭੈਣਾਂ ਭਰਾ ਵੱਲ ਜਾਣਾ, ਇਹਦਾ ਕੀ ਮਤਲਬ ਗਲਤ ਗੱਲ ਹੈਗੀ? ਉਹ ਸਰ ਉਹੀ ਤੇ ਮੈਂ ਤੁਹਾਨੂੰ ਦੱਸਿਆ ਸਾਹਿਬ ਵੀ ਕਦੀ ਸ਼ੱਕ ਹੀ ਨਹੀਂ ਸੀ ਕਦੀ ਕੀਤਾ। ਮੇਨ ਮਸਲਾ ਹੈ ਕਦੀ ਉਹਦੇ ਤੇ ਇਸ ਚੀਜ਼ ਦਾ ਜ਼ਿੰਦਗੀ ਦਾ ਮੈਂ ਚਲੋ ਠੀਕ ਹੈ ਮੈਂ ਮੁਜਰਮ ਹਾਂ, ਪਰ ਮੈਂ ਅੱਜ ਤੱਕ ਉਹਦੇ ਤੇ ਕਦੀ ਸ਼ੱਕ ਕੀਤਾ ਹੀ ਨਹੀਂ ਸੀ ਕਦੀ ਜ਼ਿੰਦਗੀ ਦੇ ਵਿੱਚ। ਉਂਝ ਤੇਰੇ ਨਾਲ ਮਤਲਬ ਗੱਲਬਾਤ ਇਹ ਹਾਂ। ਹੋਰ ਰਵੱਈਆ ਠੀਕ ਸੀ? ਹਾਂ, ਬਿਲਕੁਲ। ਅੱਛਾ ਸੀ? ਤੈਨੂੰ ਖਾਣਾ ਛਾਣਾ ਦਿੰਦੀ ਸੀ? ਹਾਂ ਬਿਲਕੁਲ, ਖਾਣਾ ਛਾਣਾ ਮਿਲਦਾ ਸੀ। ਫਿਰ ਫਾਲਜ ਹੋਇਆ ਰਿਹਾ ਮੈਨੂੰ ਉਹਨੇ ਸਾਂਭਿਆ? ਹਾਂਜੀ, ਮਰਨ ਦੇ ਕਿਨਾਰੇ ਤੇ ਪਹੁੰਚ ਗਿਆ ਸਾਂ। ਅੱਛਾ। ਅਭੀ ਵੀ ਫਾਲਜ ਹੈ ਮੇਰੇ ਕੋਲ। ਅੱਛਾ। ਤੇ ਉਹਨੇ ਪੂਰੀ ਪੈਰਵਾਈ ਮੇਰੇ ਤੇ ਕੀਤੀ ਹੈ, ਹੱਥ ਜੋੜੇ ਨੇ, ਤਰਲਾ ਲਿਆ, ਉਹਨੇ ਮੈਨੂੰ ਬਚਾਇਆ।
ਉਹਨੇ ਬਚਾਇਆ ਤੈਨੂੰ? ਹਾਂਜੀ ਸਰ। ਅੱਛਾ। ਹਾਂਜੀ। ਤੇ ਉਹਨੇ ਕਤਲ ਕਰਤਾ ਹੀ? ਗੱਲ ਵੀ ਕਰਦਾ ਹਾਂ ਨਾ ਤੇ ਉਹ ਮੈਨੂੰ ਅੱਗੋਂ ਨਾਲ ਲੜਨ ਪੈ ਜਾਂਦੀ ਸੀ। ਕੀ ਗੱਲ ਕਰਦਾ ਸੀ? ਕਿੱਥੋਂ ਆਗਾਜ਼ ਕਿੱਥੋਂ ਹੋਇਆ? ਕੋਈ ਮੈਨੂੰ ਦੱਸਣਾ ਹੈ ਨਾ। ਗੈਰਤ ਦੇ ਨਾਂ ਤੇ ਕਤਲ ਕੀਤਾ ਹੈ ਨਾ? ਹਾਂਜੀ। ਤੇ ਗੈਰਤ ਦੀਆਂ ਹੁਣ ਚੀਜ਼ਾਂ ਦੱਸਣੀਆਂ ਤੇ ਪੁੱਛਣਾ ਮੈਂ ਕਿਹਾ ਹਾਂ ਵੀ ਤੂੰ ਕਿਉਂ ਗਈ ਹੈ, ਤੂੰ ਕਿਉਂ ਨਹੀਂ ਮੈਨੂੰ ਰੋਕਣ ਵਾਲਾ? ਮੈਂ ਕਿਹਾ ਯਾਰ ਭਲੀਏ ਆਪਣੇ ਘਰ ਰਿਹਾ ਕਰ, ਅੱਛਾ ਨਹੀਂ ਬੰਦਾ ਲੱਗਦਾ। ਕਿੱਥੇ ਜਾਂਦੀ ਸੀ? ਆਪਣੇ ਭੈਣਾਂ ਭਰਾਵਾਂ ਚ ਟੁਰ ਜਾਂਦੀ ਸੀ। ਤੇ ਭੈਣਾਂ ਭਰਾਵਾਂ ਵੱਲ ਜਾਣਾ ਗੈਰਤ ਦਾ ਮਾਮਲਾ ਕਿੱਥੋਂ ਆ ਗਿਆ? ਉਹ ਆਪਣਾ ਉਧਰ ਚਲੀ ਜਾਂਦੀ ਸੀ, ਫਿਰ ਘਰ ਆਉਂਦੀ ਸੀ, ਰੋਟੀ ਪਾਣੀ ਪਕਾਉਂਦੀ ਸੀ, ਖਾ ਪੀ ਕੇ ਸੌਂ ਜਾਂਦੇ ਸਾਂ ਬਸ। ਤੇ ਫਿਰ ਤੂੰ ਤੇ ਨਜਾਇਜ਼ ਕਤਲ ਕੀਤਾ ਹੀ ਤੂੰ, ਮਤਲਬ ਗੈਰਤ ਦਾ ਨਾਮ ਕਿਉਂ ਇਹਦੇ ਵਿੱਚ ਪਾਣਾ? ਕੀ ਉਹਨੂੰ ਵੇਖਿਆ, ਕੀ ਕਰਦੇ ਵੇਖਿਆ? ਕੋਈ ਸਰ ਗੈਰਤ ਵੇਖਿਆ ਨਹੀਂ ਨਾ, ਤੇ ਮਸਲਾ ਜੇ ਵੇਖਿਆ ਹੁੰਦਾ ਤੇ ਫਿਰ ਇੰਨਾ ਕਾਹਦਾ ਰੌਲਾ ਪੈਣਾ ਸੀ। ਉਹ ਤੇ ਐਵੇਂ ਹੀ ਮਾਰਤਾ ਹੀ, ਐਵੇਂ ਹੀ ਉਹਦੇ ਭਰਾ ਨਾਲ ਮਿਲ ਕੇ ਉਹਨੂੰ ਮਾਰਤਾ, ਜਿੰਨੇ ਤੈਨੂੰ ਫਾਲਜ ਤੋਂ ਬਚਾਇਆ, ਜਿੰਨੇ ਤੈਨੂੰ ਮਰਨ ਲੱਗਾ ਸੀ ਤੇਰੇ ਬਕੋਲ, ਹੁਣ ਹੀ ਦੱਸ ਰਿਹਾ ਸੀ ਤੂੰ, ਤੇ ਫਿਰ ਉਹਨੇ ਮਾਰਤਾ ਹੀ। ਬਸ ਆਪ ਗਲਤੀ ਉਹ ਖਰਾਬੀ ਪੈਦਾ ਕਿੱਥੋਂ ਹੋਈ? ਗਲਤੀ ਨਹੀਂ ਦੱਸਣੀ, ਗੱਲਾਂ ਦੱਸਣੀਆਂ ਕੀ ਕੀ ਹੋਇਆ ਉਹਦੇ ਨਾਲ, ਕਿਹੜੀ ਕਿਹੜੀ ਗੱਲ ਹੋਈ ਤੇਰੀ, ਕੀ ਕੀ ਗੁਫ਼ਤਗੂ ਹੋਈ, ਕਦੋਂ ਮਸਲਾ ਬਣਿਆ, ਲੜਾਈ ਝਗੜਾ ਤੁਹਾਡਾ ਕਦੋਂ ਸ਼ੁਰੂ ਹੋਇਆ? ਐਡਾ ਵੱਡਾ ਪਲਾਨ ਕਤਲ ਦਾ ਬਣਾਉਣਾ, ਆਪਣੀ ਬੀਵੀ ਨੂੰ ਹੀ ਮਾਰ ਦੇਣਾ, 2 ਬੱਚਿਆਂ ਨੂੰ ਮਹਿਰੂਮ ਕਰ ਦੇਣਾ ਉਹਦੀ ਮਾਂ ਦੀ ਸ਼ਫਕਤ ਤੋਂ। ਹਾਂਜੀ ਹਾਂ, ਇਹ ਵੱਡਾ ਕੰਮ ਹੈ, ਬੜਾ ਛੋਟਾ ਹੈ? ਨਹੀਂ ਜੀ ਬੜਾ ਤੇ ਫਿਰ ਤੂੰ ਵੱਡਾ। ਆਰਾਮ ਨਾਲ ਕਹੀ ਜਾਂਦਾ ਗਲਤੀ ਹੋਈ, ਆਪਣੀ ਭੈਣਾਂ ਭਰਾ ਵੱਲ ਜਾਂਦੀ ਸੀ, ਫਿਰ ਇਹਦਾ ਗੈਰਤ ਨਾ ਕੀ ਤਲਕ ਹੈ? ਇਹਨਾਂ ਨਾਲ ਦਾ 5-7 ਮਹੀਨੇ ਪਹਿਲਾਂ ਮੈਂ ਮੋਬਾਈਲ ਲੈ ਕੇ ਦਿੱਤਾ ਇਹਨੂੰ। ਠੀਕ ਹੈ। ਠੀਕ ਹੈ। ਉਸ ਤੋਂ ਬਾਅਦ ਫਿਰ ਨਾ ਇਹ ਘਰ ਆਏ ਇੱਕ ਦਿਨ, ਇਹ ਭਾਈ ਆਇਆ, ਰੌਫ ਹੀ ਆਇਆ, ਤੇ ਮੈਨੂੰ ਕਹਿੰਦਾ ਯਾਰ ਇਹਨੂੰ ਸਮਝਾਓ ਕੋਈ ਥੋੜਾ ਜਿਹਾ। ਫਿਰ ਅਖੀਰ ਨਵੇਂ ਸਾਲ ਵਾਲੇ ਦਿਨ ਸਾਰੇ ਨਾਲ ਦਾ ਇਹ ਘਰੋਂ ਨਿਕਲੀ ਏ। ਇਹ ਆਈ ਏ ਵਾਪਸੀ। ਠੀਕ ਹੈ। ਰਾਤ ਨੂੰ ਇਹ ਲੇਟੀ ਏ। ਠੀਕ ਹੈ। ਇਹਨੂੰ ਮੈਂ ਤੇ ਇਹਨੇ ਫਾਇਦੇ ਨਹੀਂ ਇਹ ਨਹੀਂ ਫਾਇਦੇ ਦੇਣਾ। ਜਿਹੜੇ ਬੰਦਿਆਂ ਦੇ ਤੂੰ ਨਾਮ ਲੈ ਰਿਹਾ ਹੈ, ਇਹ ਤੂੰ ਜਾਣਦਾ ਸੀ ਉਸ ਬੰਦਿਆਂ ਨਾਲ ਕਿ ਇਹਦਾ ਕੋਈ ਮਾਮਲਾ ਹੈ? ਹਾਂਜੀ ਮੈਂ ਜਾਣਦਾ ਹਾਂ। ਆਪ ਤੈਨੂੰ ਵੇਖਿਆ ਸੀ ਤੂੰ? ਹਾਂਜੀ ਮੈਂ ਇੱਕ ਦੋ ਵਾਰੀ ਮੁੰਡਿਆਂ ਨੂੰ ਘਰੋਂ ਨਿਕਲਦਿਆਂ ਵੇਖਿਆ ਨਾ। ਅੱਛਾ। ਠੀਕ ਹੈ। ਉਹ ਜਿਹੜਾ ਸੀ ਨਾ, ਫਿਰ ਨਾਈ ਨੂੰ ਮੈਂ ਇੱਕ ਦਿਨ ਵੇਖਿਆ, ਫਿਰ ਮੈਂ ਇੱਕ ਦਿਨ ਉਹ ਮੁੰਡੇ ਨਾਲ ਵੀ ਗੱਲ ਕਰਨ ਲੱਗਾ। ਉਹ ਜ਼ਰਾ ਥੋੜੇ ਜਿਹੇ ਤਾਕਤਵਾਰ ਨੇ, ਅਸੀਂ ਮਾੜੇ ਲੋਕ ਆ। ਠੀਕ ਹੈ। ਅਸਾਂ ਫਿਰ ਮੈਨੂੰ ਨਾ ਮੇਰੀ ਅੰਮੀ ਨੇ ਇਹ ਗੱਲ ਕਹੀ ਕਿ ਪੁੱਤਰ ਸਾਡੇ ਤੇ ਰੋਟੀ ਨਹੀਂ ਪੂਰੀ ਹੁੰਦੀ ਹੈ। ਠੀਕ ਹੈ। ਤੇ ਕਿਉਂ ਅਸੀਂ ਇਸ ਪੰਗਿਆਂ ਦੇ ਵਿੱਚ ਵੜੀਏ? ਫਿਰ ਮੈਂ ਮੁੜ ਗਿਆ। ਫਿਰ ਇੱਕ ਦਿਨ ਭਾਗ ਗਿਆ, ਕਹਿੰਦਾ ਯਾਰ ਵੇਖ ਲੈ, ਇੱਜ਼ਤ ਆਦੀ ਵੀ ਮਹੱਲੇ ਦੇ ਵਿੱਚ ਰਹਿ ਖਰਾਬ ਕਰਨ ਦਈ ਏ, ਸਾਡੀ ਵੀ ਕਰਨ ਦਈ ਏ। ਅੱਛਾ। ਠੀਕ ਹੈ। ਫਿਰ ਮੈਂ ਉਸ ਤੋਂ ਬਾਅਦ ਮੈਨੂੰ ਸਮਝਾਇਆ ਨਹੀਂ ਜਾ ਕੇ ਸ਼ਮਾਇਲਾ ਨੂੰ? ਸਮਝਾਇਆ ਵੇ। ਕਦੋਂ ਗਿਆ ਇਹ ਕਿੰਨੀ ਦੇਰ ਪਹਿਲੇ? ਇਹ ਨਵੇਂ ਸਾਲ ਤੋਂ ਪਹਿਲਾਂ ਨਾ, ਜਿੱਦਣ ਸਾਡਾ ਵੱਡਾ ਦਿਨ ਸੀ ਨਾ, ਆਈ ਨਾ ਇੱਧਰ ਮਿਲਣ ਗਿਲਣ, ਅਮੀਰਾ ਵੱਡਾ ਦਿਨ ਵੀ ਨਾ ਦਿੱਤਾ। ਇਸੇ ਗੁੱਸੇ ਦੇ ਵਿੱਚ ਯਾਰ ਤੂੰ ਸਾਡੀ ਇੱਜ਼ਤ ਪੁੱਤਰ ਖਰਾਬ ਕਰਨ ਦਈ। ਫਿਰ ਮੈਨੂੰ ਇਹ ਲੈ ਗਿਆ, ਕਹਿੰਦਾ ਯਾਰ ਇਹਨੂੰ ਸਮਝਾਓ, ਤੇ ਹੱਦੀ ਭੈਣ ਹੈ, ਇਹਨੂੰ ਕੋਈ ਥੋੜਾ ਜਿਹਾ ਸਮਝਾਓ। ਜੇ ਅਗਰ ਸਮਝੇ, ਇਹਨੂੰ ਬੜੇ ਪਿਆਰ ਦੇ ਨਾਲ ਬਹਿ ਕੇ ਸਮਝਾਇਆ ਘਰ ਸ਼ਾਮ ਨੂੰ। ਤੇ ਉਹਨੂੰ ਕਿਹਾ ਕਿ ਧੀ ਰਾਣੀ ਵੇਖ ਗੱਲ ਸੁਣ ਮੇਰੀ, ਅਸੀਂ ਆਵੇ ਸਾਡੇ ਸਿਰ ਦੇ ਪਿਓ ਨਹੀਂ ਹੈ, ਅਸੀਂ 2 ਭਰਾ ਵਾਂ ਤੇਰੇ। ਠੀਕ ਹੈ। ਸਾਡੀ ਇੱਜ਼ਤ ਲੋ ਵੇਖ। ਠੀਕ ਹੈ। ਉਹਨੇ ਕਿਹਾ ਮੈਂ ਅੱਗੋਂ ਨਹੀਂ ਕਰਾਂਗੀ। ਅੱਛਾ। ਕਿਹਾ ਉਹਨੇ? ਹਾਂਜੀ। ਆਮੀ ਭਰੀ? ਹਾਂਜੀ। ਅੱਛਾ। ਫਿਰ ਉਸ ਤੋਂ ਬਾਅਦ ਕੋਈ 2-3 ਦਿਨ ਗੁਜ਼ਰੇ, ਫਿਰ ਉਹਨੇ ਉਹੀ ਕੰਮ ਸ਼ੁਰੂ ਕਰ ਲਿਆ। 2-3 ਦਿਨ ਜਿਹੜਾ ਨਾ ਨੰਬਰ ਬੰਦ ਰੱਖਿਆ। ਫਿਰ ਚਲੀ ਜਾਂਦੀ ਸੀ ਘਰੋਂ ਕਿਤੇ? ਹਾਂਜੀ ਘਰੋਂ ਚਲੀ ਜਾਂਦੀ ਸੀ। ਕਦੋਂ? ਕਿੰਨੇ ਦਿਨ ਬਾਅਦ ਆਉਂਦੀ ਸੀ? ਦਿਨ ਦਾ ਨਹੀਂ, ਕੋਈ 2-3 ਘੰਟੇ, 4 ਨਹੀਂ ਹੁੰਦੀ ਹੈ ਘਰ। ਅੱਛਾ। ਤੇ ਇਹ ਕੌਣ ਦੱਸਦਾ ਸੀ ਤੈਨੂੰ ਇਹ ਸਾਰੀਆਂ ਗੱਲਾਂ? ਇਹ ਉਹ ਮੁੰਡੇ ਜਿਹੜੇ ਸਾਡੇ ਮਹੱਲੇ ਦੇ ਮੁੰਡੇ ਨੇ ਨਾ, ਉਹ ਹੀ ਦੱਸਦੇ ਹਨ। ਤੇ ਉਹਨਾਂ ਪਹਿਲੋਂ ਇੱਕ ਮੁੰਡਾ ਆ ਰਿਹਾ ਵੀ ਭੱਠੇ ਤੇ। ਅੱਛਾ। ਉੱਥੇ ਇਹਦੇ ਨਾਲ ਤਲਕ ਹੋਇਆ, ਉੱਥੋਂ ਵੀ ਇਹਨੂੰ ਮਨਾ ਕੀਤਾ ਕਿ ਭਾਈ ਸਾਡੀ ਇੱਜ਼ਤ ਲੋ ਵੇਖ। ਠੀਕ ਹੈ। ਉਹ ਮੁੜ ਗਈ ਉਧਰੋਂ। ਫਿਰ ਇੱਧਰੋਂ ਨਾ ਜਾ ਕੇ ਸਾਈਡ ਤੇ ਮਕਾਨ ਲੈ ਲਿਆ ਕਿਰਾਏ ਤੇ। ਠੀਕ ਹੈ। ਉੱਥੋਂ ਵੀ ਇਹਨੂੰ 1-2 ਵਾਰੀ ਮਨਾ ਕੀਤਾ, ਨਾ ਮੁੜੀ। ਸਾਲੇ ਨੂੰ ਮਿਲਾਇਆ? ਸਾਲੇ ਨੂੰ ਕਿਸੇ ਬੁਨਿਆਦ ਤੇ ਮਿਲਾਇਆ ਹੋਏਗਾ? ਉਹਦਾ ਸਗਾ ਭਰਾ ਸੀ ਤੇਰਾ ਜਿਹੜਾ ਸਾਲਾ ਸੀ, ਕਿ ਕਜ਼ਨ ਸੀ ਤੇਰੀ ਬੁੱਢੀ ਦਾ? ਨਹੀਂ ਸੱਕਾ ਭਰਾ ਸੀ ਸਾਰਾ। ਸਗਾ ਭਰਾ? ਕੀ ਨਾਂ ਹੈ? ਨਈਮ। ਨਈਮ ਨੂੰ ਸ਼ਿਕਾਇਤ ਨਹੀਂ ਲਾਈ ਕਦੀ ਪਹਿਲੇ ਕਿ ਯਾਰ ਕਿ ਸਿੱਧਾ ਹੀ ਕਤਲ ਕਰਤਾ? ਪਹਿਲੇ ਠੀਕ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ। ਕਦੋਂ ਕੀਤੀ ਸੀ ਉਹ ਗੱਲ ਸੁਣਾ। ਮੈਂ ਪਹਿਲਾਂ ਉਹਨੂੰ ਡੱਕਦਾ ਹੁੰਦਾ ਸੀ, ਮੈਂ ਦੱਸਾਂ ਭਲੀਏ ਮੁੜ ਜਾ, ਨਾ ਘਰੋਂ ਬਾਹਰ ਨਾ ਨਿਕਲਿਆ ਕਰ, ਗਲਤ ਕਦਮ ਨਾ ਠਾ। ਤੇ ਆਂਦੀ ਹੁੰਦੀ ਸੀ ਤੂੰ ਕੌਣ ਹੈ ਮੈਨੂੰ ਰੋਕਣ ਵਾਲਾ? ਮੈਂ ਕਿਹਾ ਮੈਂ ਤਰਲਾ ਲਿਆ, ਮੈਂ ਕਿਹਾ ਮੈਂ ਅੱਗੇ ਮਰਿਆ ਵਾਂ। ਇਹ ਕਿੰਨੇ ਮਹੀਨੇ ਪੁਰਾਣੀ ਗੱਲ ਹੈ? ਇਹ ਮੇਰੇ ਖਿਆਲ ਹੋ ਚੱਲੇ ਨੇ ਕੋਈ 2-2.5 ਮਹੀਨੇ ਪਹਿਲਾਂ। ਅੱਛਾ। 2-2.5 ਮਹੀਨੇ ਪਹਿਲਾਂ? ਹਾਂ। ਤਰਲੇ ਲੈਣਾ, ਮੈਂ ਕਿਹੜਾ ਮੈਂ ਮੰਜੀ ਤੇ ਪਿਆ ਵਾਂ ਤੇ ਤੇਰੀ ਮਿਹਰਬਾਨੀ, ਨਾ ਕਰੋ ਬਾਹਰ ਨਿਕਲਿਆ ਕਰ। ਉਹਨੇ ਫਿਰ ਟੁਰ ਜਾਣਾ ਕਰਨਾ। ਅੱਛਾ। ਫਿਰ ਆ ਜਾਣਾ, ਮੈਂ ਫਿਰ ਚੁੱਪ ਕਰ ਰਹਿਣਾ, ਮੈਂ ਕਿਹਾ ਚਲੋ ਭਾਈ ਆ ਗਈ, ਘਰ ਆ ਗਈ। ਅੱਛਾ। ਗਰੀਬ ਆਦਮੀ ਹੈ ਨਾ ਤੂੰ? ਹਾਂਜੀ ਸਰ। ਬੱਚਿਆਂ ਦਾ ਗੁਜ਼ਰ ਬਸਰ ਹੈ, ਨੌਕਰੀ ਤੋਂ ਹੀ ਕਰਨਾ ਹੈ। ਹਾਂਜੀ। ਜਦੋਂ ਫਾਲਜ ਹੋਇਆ ਤੇ ਕਿੰਜ ਗੁਜ਼ਰ ਬਸਰ ਹੋਇਆ ਤੁਹਾਡਾ? ਉਦੋਂ ਸਾਰੇ ਇਹ ਹੁੰਦਾ ਸੀ, ਵੇਖੋ ਦਿਹਾੜੀਆਂ ਕਰਦੀ ਹੁੰਦੀ ਸੀ,
ਉਹ ਕਰਦੀ ਸੀ। ਹਾਂਜੀ ਤੇ ਉਹਨੇ ਮੈਨੂੰ ਬਚਾਇਆ ਸੀ, ਦੋਵਾਂ ਸਾਈਡਾਂ ਹੋਇਆ ਫਲ, ਇੱਧਰ ਵੀ ਤੇ ਸੱਜੇ ਵੀ ਤੇ ਅੱਛਾ, ਉਹ ਤੇਰੀ ਜਗ੍ਹਾ ਡਿਊਟੀ ਦੇਣ ਲੱਗ ਗਈ? ਹਾਂ ਨਹੀਂ, ਉਹ ਬਸ ਦਿਹਾੜੀਆਂ ਕਰਦੀ ਸੀ ਬਾਹਰ, ਜਿਵੇਂ ਤੁਹਾਡੀ ਮਜ਼ਦੂਰੀ ਕਰ ਲੈਣੀ, ਭਾਈ ਯਾਰਾਂ ਦੀ ਮਜ਼ਦੂਰੀ ਕਰ ਲੈਣੀ। ਮਤਲਬ ਉਹਨੇ ਤੇ ਨਾ ਮੋਢੇ ਨਾਲ ਮੋਢਾ ਲਾ ਕੇ ਉਹਨੇ ਕਮਾਈ ਕੀਤੀ, ਹਾਂਜੀ। ਕਮਾ ਕੇ ਆਪ ਖਿਲਾਇਆ ਬੱਚਿਆਂ ਨੂੰ, ਹਾਂਜੀ ਤੈਨੂੰ ਵੀ ਪਾਲਿਆ। ਹਾਂ ਬਚਾਇਆ। ਕਿੰਨੇ ਦੇਰ? ਇਹ ਤਕਰੀਬਨ ਹੋ ਗਏ ਨੇ ਇਸ ਗੱਲ ਨੂੰ 7-8 ਮਹੀਨੇ। 7-8 ਮਹੀਨੇ ਮੁਸਲਸਲ ਉਹ ਕਰਦੀ ਰਹੀ ਹੈ? ਹਾਂ ਕਰਦੀ ਰਹੀ ਹੈ। ਅੱਛਾ, ਫਿਰ ਇਹ ਹੁਣ ਆ ਕੇ ਨਾ ਤੂੰ ਠੀਕ ਹੋਇਆ ਜਦੋਂ, ਉਦੋਂ ਤੇਰੀ ਗੈਰਤ ਜਾਗੀ? ਉਦੋਂ ਸਾਹਿਬ ਜੀ ਉਹਨੇ ਫਿਰ ਆਪਣਾ ਬਾਹਰ ਨਿਕਲਣਾ ਸ਼ੁਰੂ ਕਰ ਦੇਣਾ, ਮੇਰੀ ਮੰਨਣੀ ਨਾ ਸੁਣਨੀ ਨਾ, ਆਵਾਜ਼ਾਂ ਮਾਰਦੇ ਰਹਿਣਾ, ਕਿਤੇ ਚੱਲੀ ਮੈਂ ਲੱਗੀ ਜਾਂਦੀ ਆ, ਮੈਂ ਲੱਗੀ ਜਾਂਦੀ ਆ। ਅੱਛਾ, ਆ ਵੀ ਜਾਣਾ, ਇਹ ਵੀ ਨਹੀਂ ਵੀ ਨਹੀਂ ਆਣਾ, ਆ ਵੀ ਜਾਣਾ ਘਰ। ਤੇ ਉਸ ਤੋਂ ਬਾਅਦ ਫਿਰ ਆਪਣਾ ਘਰ ਆਪਣਾ ਆ ਜਾਣਾ। ਫਿਰ ਆਪਣੇ ਸਾਲੇ ਨੂੰ ਕਦੋਂ ਸ਼ਿਕਾਇਤ ਲਾਈ ਪਹਿਲੀ ਵਾਰੀ? ਇਹਨੂੰ ਮੈਂ ਆਖਿਆ ਸੀ, ਮੈਂ ਕਿਹਾ ਨਹੀਂ ਮੈਂ ਯਾਰ ਇਹ ਘਰ ਨਹੀਂ ਉਹ ਬਹਿੰਦੀ, ਇਹਨੂੰ ਕੁਝ ਸਮਝਾ ਯਾਰ। ਫਿਰ ਅੱਲਾ ਜਾਣੇ ਉਹ ਸਮਝਾਉਂਦਾ ਰਿਹਾ, ਕੀ ਕਰਦਾ। ਨਹੀਂ ਆਇਆ? ਨਹੀਂ ਤੇਰੇ ਕੋਲ ਘਰ ਤੇਰੇ ਸਾਹਮਣੇ ਨਹੀਂ ਸਮਝਾਇਆ? ਨਹੀਂ ਮੇਰੇ ਸਾਹਮਣੇ ਨਹੀਂ, ਉਧਰ ਹੀ ਆਪਣੇ ਘਰ ਹੀ। ਤੇਰੀ ਬੀਵੀ ਨੇ ਨਹੀਂ ਕਿਹਾ? ਮੈਨੂੰ ਨਈਮ ਨੇ ਇਹ ਗੱਲ ਕਹੀ ਸੀ, ਤੁਸੀਂ ਨਈਮ ਨੂੰ ਕਿਉਂ ਦੱਸਿਆ? ਕੋਈ ਇਹੋ ਜਿਹੀ ਗੱਲ ਹੋਈ ਤੁਹਾਡੀ? ਹਾਂ ਮੈਨੂੰ ਉਹਨੇ ਪੁੱਛਿਆ ਸੀ, ਆਖਿਆ ਨਹੀਂ ਮੈਨੂੰ ਕੀ ਕਿਹਾ? ਮੈਂ ਕਿਹਾ ਇਹ ਹੁਣ ਆਖਿਆ ਸੀ ਵੀ ਤੂੰ ਘਰੋਂ ਬਾਹਰ ਕਿਉਂ ਜਾਨੀ? ਅੱਛਾ, ਇਹ ਥੋੜਾ ਮੇਰੇ ਨਾਲ ਲੜਨ ਲੱਗ ਪਈ ਹੈ, ਤੂੰ ਮੈਨੂੰ ਕਿਉਂ ਨਹੀਂ ਰੋਕਣ ਵਾਲਾ, ਤੁਸੀਂ ਕੌਣ? ਮੈਂ ਕਿਹਾ ਜੀ ਠੀਕ ਹੈ। ਅੱਛਾ, ਤੇ ਤੂੰ ਕਹਿਣਾ ਸੀ ਮੈਂ ਤੇਰਾ ਬੰਦਾ ਹਾਂ? ਆਖਿਆ ਕੀ ਹੈ? ਹਾਂਜੀ। ਮੈਂ ਫਿਰ ਅੱਗੋਂ ਕੀ ਕਹਿੰਦੀ ਹੈ? ਆਂਦੀ ਹੈ ਤੂੰ ਮੈਨੂੰ ਖਬਰਦਾਰ ਮੇਰੇ ਰਸਤੇ ਤੋਂ ਪਰਾਂ ਆ ਜਾ, ਤੂੰ ਮੈਨੂੰ ਰੋਕਣਾ ਬਸ। ਸਮਝਾਉਣ ਦੀ ਕਿੰਨੀ ਵਾਰੀ ਕੋਸ਼ਿਸ਼ ਕੀਤੀ? ਸਮਝਾਉਣ ਦੀ ਸਰ ਜੀ 2-3 ਦਫਾ ਕੀਤੀ ਹੈ। ਕਦੋਂ? ਈਦੋਂ ਪਹਿਲਾਂ ਇਹੀ ਕੀਤੀ ਕਿ ਈਦੋਂ ਪਹਿਲਾਂ ਇੱਕ ਦਿਨ ਕੀਤੀ ਸੀ, ਫਿਰ ਈਦ ਤੇ ਕੀਤੀ। ਤੂੰ ਗਿਆ ਸੀ? ਹਾਂਜੀ, ਅੰਮੀ ਰੂਫਾ ਵੀ ਸੀ ਨਾਲ? ਨਹੀਂ ਰੂਫਾ ਨਹੀਂ ਯਾਰ, ਰੂਫੇ ਸਾਨੂੰ ਆਣ ਕੇ ਸਿਰਫ ਦੱਸਦਾ ਹੁੰਦਾ ਸੀ ਕਿ ਯਾਰ ਉਹਨੂੰ ਸਮਝਾਓ, ਉਹ ਠੀਕ, ਇਹਨੂੰ ਸਮਝਾਓ। ਉਹ ਇਹਨੇ ਵੀ ਸਮਝਾਇਆ ਬਥੇਰਾ ਬਹਿ ਕੇ, ਠੀਕ ਹੈ, ਇਹਨੇ ਵੀ ਸਮਝਾਇਆ, ਪਰ ਉਹਦੀ ਸਮਝ ਨਹੀਂ ਸਰ ਜੀ ਗੱਲ ਆਈ ਆ। ਅੱਛਾ, ਠੀਕ ਹੈ। ਫਿਰ ਇੱਕ ਦਿਨ ਨਵਾਂ ਸਾਲ ਤੋਂ ਟੁਰ ਫਿਰ ਕੇ ਘਰੋਂ ਨਾ ਇੱਥੋਂ ਬੱਚਿਆਂ ਨੂੰ ਨਾ ਮਾਰ ਕੁੱਟ ਕੇ ਤੁਰ ਗਈ। ਭਾ ਸਾਡੇ ਵੱਲ ਗਿਆ, ਕਹਿੰਦਾ ਯਾਰ ਐਸਰਾ ਯਾਰ ਉਹ ਕੁੜੀ ਜਿਹੜੀ ਹੈ ਨਾ ਯਾਰ ਲੱਭਣ ਨਹੀਂ ਦਈ ਹੈ, 2-4 ਘੰਟੇ ਹੋ ਗਏ। ਅੰਮੀ ਹੋਰੀ ਵੀ ਪਰੇਸ਼ਾਨ ਹੋ ਗਏ, ਅਸੀਂ ਵੀ ਸਾਰੇ ਪਰੇਸ਼ਾਨ ਹੋ ਗਏ। ਅਸੀਂ ਕਿਹਾ ਯਾਰ ਇਹ ਕਿੱਧਰ ਦਾ ਮਾਮਲਾ ਤਾਂ ਹੋ ਗਿਆ ਮੇਰੇ ਵੱਲ ਵੇ। ਅੱਛਾ, ਉਹਨੇ ਕਿਹਾ ਕਿੱਧਰ ਦਾ? ਹੀ ਗਿਆ। ਫਿਰ ਉਹ ਮੁੰਡੇ ਨੇ ਦੱਸਿਆ ਕੋਈ ਫਲਾਣੀ ਜਗ੍ਹਾ ਤੇ ਗਈ ਸੀ, ਕਿਹਾ ਕਿ ਫਲਾਣੇ ਮੁੰਡੇ ਦੇ ਨਾਲ ਗਈ ਸੀ। ਕਿਹਨੇ ਕਿਹਾ? ਉਹ ਜਿਹੜੇ ਮੁੰਡੇ ਨੇ ਸਾਨੂੰ ਦੋਸਤ ਨੇ ਦੱਸਿਆ। ਭਾਈ ਰੂਫੇ ਨੇ ਮੈਨੂੰ ਕਿਹਾ ਯਾਰ ਇਸ ਤਰ੍ਹਾਂ ਤੇ ਅਸੀਂ ਬਿਸਤ ਹੁੰਦੇ ਆ, ਹਰ ਰੋਜ਼ਾਨਾ ਬਿਸਤ ਹੁੰਦੇ ਆ, ਠੀਕ ਹੈ, ਇਹਦਾ ਯਾਰ ਕੋਈ ਹੱਲ ਕਰ ਦਈਏ। ਦਿਨ ਦਿਹਾੜ 25 ਸਤੰਬਰ ਆ ਗਿਆ। ਅੱਛਾ, ਹਾਂਜੀ। ਤੇ ਇਹ ਮੈਨੂੰ ਕੱਪੜੇ ਜੁੱਤੀਆਂ ਲੈ ਕੇ ਦੇਣੇ ਨੇ। ਮੈਂ ਕਿਹਾ ਠੀਕ ਹੈ ਲੈ ਦਾਂਗਾ। ਅੱਛਾ, ਉਹਨੇ ਕਿਹਾ ਮੈਂ 3 ਸੂਟ ਲੈਣੇ ਨੇ। ਮੈਂ ਕਿਹਾ ਠੀਕ ਹੈ ਜੀ, 3 ਸੂਟ ਮੈਂ ਤੁਹਾਨੂੰ ਲੈ ਦਾਂਗਾ। ਠੀਕ ਹੈ। ਆਖਿਆ ਮੈਂ 3 ਜੁੱਤੀਆਂ ਲੈਣੀਆਂ ਨੇ। ਮੈਂ ਕਿਹਾ ਜੀ 3 ਹੀ ਲੈ ਦਾਂਗਾ। ਸਹੀ ਹੈ। ਆਖਿਆ ਹਾਂ ਦਿਨ ਦਿਹਾੜ ਅੱਛਾ ਵੇਖਣਾ। ਮੈਂ ਕਿਹਾ ਠੀਕ ਹੈ। ਤੇ ਮੈਂ ਕੁਝ ਵੀ ਨਹੀਂ ਲਿਆ ਦਿਨ ਦਿਹਾੜ ਤੇ। ਮੈਂ ਕਿਹਾ ਚਲੋ ਤੁਸੀਂ ਅੱਛਾ ਦਿਨ ਦਿਹਾੜ ਗੁਜ਼ਾਰੋ, ਬੱਚੇ ਵੀ ਗੁਜ਼ਾਰਨ। ਮੈਂ ਕਿਹਾ ਤੂੰ ਵੀ ਗੁਜ਼ਾਰ, ਮੇਰੀ ਖੈਰ। ਹਾਂ, ਤੇ ਉਹ ਬੰਦਾ ਤੇ ਇੰਜੀ ਕੁਰਬਾਨੀ ਦਿੰਦਾ, ਉਹਦਾ ਜਿਹੜਾ ਵੀ ਦਿਨ ਦੇ ਹਾਰ ਹੋਵੇ ਬੰਦਾ ਤੇ ਆਪ ਕੁਝ ਨਹੀਂ ਪਾਉਂਦਾ, ਆਪਣੇ ਬੱਚੇ ਤੇ ਬੀਵੀ ਵਾਸਤੇ ਹੀ ਕਰਦਾ ਹੈ। ਹਾਂਜੀ ਇੰਜੀ ਹੈ ਨਾ? ਹਾਂਜੀ। ਤੇ ਤੂੰ ਕਿਹੜਾ ਵੱਖਰਾ ਕੀਤਾ? ਤੇ ਪੂਰਾ ਮੈਂ ਇਹ ਵੀ ਨਹੀਂ ਆਖਿਆ ਵੀ ਤੇਰੇ ਕੋਲ ਪੈਸੇ, ਕਦੀ ਉਹਦੇ ਕੋਲ ਪੈਸੇ ਵੀ ਨਹੀਂ ਸਾਂ ਕਦੀ ਮੁੱਕਣ ਦਿੰਦੇ। 100 ਰੁਪਈਆ ਵੀ ਹੋਣਾ ਨਾ ਤੇ ਮੈਂ ਕਹਿਣਾ ਅੱਲਾ ਵੀ ਮੇਰੇ ਕੋਲ 100 ਹੈ, ਗੁਜ਼ਾਰਾ ਕਰ ਲਓ। ਠੀਕ ਹੈ। 500 ਵੀ ਹੋਇਆ ਤੇ ਮੈਂ ਕਿਹਾ ਲਓ ਜੀ ਆ ਗੁਜ਼ਾਰਾ ਕਰੋ ਆਪਣਾ, ਜਿਵੇਂ ਵੀ ਹੁੰਦਾ ਗੁਜ਼ਾਰਾ ਕਰੋ। ਫਿਰ ਜੇ ਦਵਾਈ ਦਾ ਹੋਣਾ ਹੈ, ਮੈਂ ਬਿਮਾਰ ਹੋ ਗਈ ਹਾਂ, ਮੈਂ ਕਹਿਣਾ ਅੱਲਾ ਫੜ ਜਾ ਕੇ ਤੇ ਦਵਾਈ ਆਪਣੀ ਲਾਇਆ। ਅੱਛਾ, ਹਾਂਜੀ ਬਸ ਇਹ ਗੱਲ। ਇਹ ਤੇ ਤੇਰੀਆਂ ਅੱਛੀਆਂ ਗੱਲਾਂ ਹੋ ਗਈਆਂ। ਹੁਣ ਦੱਸ, ਫਿਰ ਉਹਦੇ ਤੋਂ ਬਾਅਦ ਕਈ ਲੜਾਈ ਹੋਈ, 2-3 ਮਹੀਨੇ ਪਹਿਲੇ ਇਹ ਮਸਲਾ ਹੋਇਆ। ਤੂੰ ਨੀਮੇ ਨੂੰ ਦੱਸਿਆ? ਹਾਂਜੀ। ਨੀਮੇ ਨੇ ਆਪਣੀ ਭੈਣ ਨੂੰ ਕਿਹਾ, ਭੈਣ ਨੇ ਤੈਨੂੰ ਕਿਹਾ, ਨੀਮੇ ਨੂੰ ਕੀ ਦੱਸਿਆ ਸੀ? ਤੂੰ ਕੌਣ ਹੁੰਦਾ? ਇਹ ਤੋਂ ਬਾਅਦ ਕੀ ਹੋਇਆ? ਇਸ ਤੋਂ ਬਾਅਦ ਫਿਰ ਲੜਾਈ ਝਗੜੇ ਹੁੰਦੇ ਰਹਿੰਦੇ ਹਨ। 1-2 ਦਫਾ ਮੇਰੇ ਨਾਲ ਵੀ ਲੜੀ ਸੀ, ਘਰ 'ਚ ਲੜੀ ਸੀ ਮੇਰੇ ਨਾਲ। ਕੀ ਕਹਿੰਦੀ? ਤੂੰ ਮੇਰੇ ਪੇਕਿਆਂ ਨੂੰ ਕੌਣ ਦੱਸਣ ਵਾਲਾ ਹੈ? ਮੈਂ ਕਿਹਾ ਦੱਸਾਂ ਨਾ ਤੇ ਮੈਂ ਹੋਰ ਕੀ ਕਰਾਂ ਫਿਰ? ਮੈਂ ਕਿਹਾ ਜਦੋਂ ਤੂੰ ਘਰ ਹੀ ਨਹੀਂ ਬੈਂਦੀ ਤੇ ਮੈਂ ਕੀ ਕਰਾਂ? ਹਾਂ ਬਸ ਇਹੀ ਗੱਲਾਂ ਨੇ। ਇਹ ਕਦੋਂ ਦੀ ਗੱਲ ਹੈ? ਇਹ ਹੋ ਗਿਆ ਇਸ ਗੱਲ ਨੂੰ ਕੋਈ ਮਹੀਨਾ ਪਹਿਲੇ। ਹਾਂਜੀ। ਅੱਛਾ, ਫਿਰ ਲੜਾਈ ਹੋਈ? ਹਾਂਜੀ। ਫਿਰ ਤੂੰ ਕੀ ਕੀਤਾ ਲੜਾਈ 'ਚ? ਫਿਰ ਲੜਾਈ ਦੇ ਵਿੱਚ ਇਹ ਫਿਰ ਨੀਮੇ ਨਾਲ ਹੀ ਫਿਰ ਨੀਮੇ ਨਾਲ ਗੱਲ ਕੀਤੀ ਤੂੰ? ਹਾਂ। ਫਿਰ ਮੈਂ ਕਿਹਾ ਯਾਰ ਇਹਨੂੰ ਸਮਝਾ। ਨੀਮਾ ਆਇਆ? ਨਹੀਂ, ਸਾਡੇ ਮੇਰੇ ਸਾਹਮਣੇ ਨੇ, ਬਾਅਦ 'ਚ ਕਿਤੇ ਘਰ ਆਇਆ। ਮੈਂ ਤਾਂ ਕੰਮ ਤੇ ਹੁੰਦਾ ਹਾਂ ਸੁਬਾਹ। ਅੱਛਾ। ਸੁਬਾਹ ਕੰਮ ਤੇ ਟੁਰ ਜਾਣਾ, ਸ਼ਾਮੀ ਆਣਾ 7-8 ਵਜੇ ਘਰ। ਹਾਂ। ਫਿਰ ਨੀਮੇ ਨੂੰ ਮੈਂ ਕਿਹਾ ਯਾਰ ਇਹਨੂੰ ਤੂੰ ਸਮਝਾ, ਤੇਰੀ ਮਿਹਰਬਾਨੀ ਹੈ। ਤੇ ਇਹ ਮੈਂ ਕਿਹਾ ਘਰੋਂ ਬਾਹਰ ਨਹੀਂ ਉਹ ਖਲੋਂਦੀ ਤੇ ਲੜਦੀ ਆ ਮੇਰੇ ਨਾਲ। ਆਂਦਾ ਅੱਛਾ ਸਮਝਾਵਾਂਗਾ। ਫਿਰ ਪਤਾ ਨਹੀਂ ਬਾਹਰ ਘਰ ਆਇਆ, ਬਾਅਦ 'ਚ ਆਇਆ ਕਿ ਨਹੀਂ ਆਇਆ ਨਹੀਂ ਮੈਨੂੰ। ਬਾਅਦ 'ਚ ਫਿਰ ਆਇਆ ਨੇ ਸਮਝਾਇਆ, ਉਹਨੂੰ ਕਿਹਾ ਸਿਆਣੀ ਬਣ। ਅੱਛਾ। ਐਵੇਂ ਘਰੋਂ ਬਾਹਰ ਜਿਹੜਾ ਨਾ ਗਲਤ ਨਹੀਂ ਨਿਕਲੀਦਾ। ਠੀਕ ਹੈ। ਆਖਰੀ ਦਿਨਾਂ 'ਚ ਹੋਣਾ ਕਿ ਇਹ ਸਾਹਿਬ ਵੀ ਦੂਸਰਾ ਘਰੋਂ ਬਾਹਰ ਨਿਕਲੀ ਇੱਕ ਦਿਨ। ਕਿਸ ਦਿਨ?
ਇਹ ਮੇਰੇ ਖਿਆਲ ਸੋਮਵਾਰ ਵਾਲੇ ਦਿਨ। ਪੀਰ ਨੂੰ? ਹਾਂਜੀ ਪੀਰ ਵਾਲੇ ਦਿਨ ਨਿਕਲੀ ਹੈ ਬਾਹਰ। ਅੱਛਾ। ਤੇ ਫਿਰ ਆਪਣਾ ਘਰ ਆ ਗਈ ਹੈ ਤੇ ਉਸ ਤੋਂ ਬਾਅਦ ਫਿਰ ਤੀਸਰੇ ਚੌਥੇ ਦਿਨ ਬਾਅਦ ਫਿਰ ਉਹਨੇ ਇਹ ਕੰਮ ਹੀ ਕੀਤਾ, ਘਰੋਂ ਬਾਹਰ ਫਿਰ ਨਿਕਲ ਗਏ ਤੇ ਫਿਰ ਆ ਜਾਂਦੀ ਸੀ ਘਰ। ਕਿੱਥੇ ਕਿੰਨੇ ਦਿਨ ਰਹਿੰਦੀ ਸੀ ਬਾਹਰ? ਇਹੋ ਹਿਸਾਬ ਜਿਵੇਂ ਘੰਟਾ 2 ਰਹਿਣਾ ਹੈ, ਬਸ ਚਲੀ ਜਾਣਾ ਨਾ ਤੇ ਫਿਰ ਘੰਟਾ 2 ਬਾਅਦ ਫਿਰ ਘਰ ਆ ਜਾਣਾ। ਜਦੋਂ ਸਾਹਿਬ ਘਰ ਖਲੋਂਦੀ ਨਹੀਂ ਸੀ ਤੇ ਮੈਂ ਕੀ ਕਰਾਂ, ਮੇਰੇ ਬੱਚੇ ਪਿੱਟਦੇ ਨੇ, ਟੁੱਕਰ ਤੋਂ ਰੋਂਦਿਆ ਰਹੀਦਾ ਸੀ। ਤੇ ਜਿੱਥੇ ਭਾਂਡੇ ਧੋਣ ਵਾਲੇ ਨੇ ਉਹ ਵੀ ਉੱਥੇ ਹੀ ਪਏ ਨੇ, ਝਾੜੂ ਸਫਾਈ ਹੋਣ ਵਾਲੀ ਉਹ ਉੱਥੇ ਪਈ, ਤੇ ਫਿਰ ਮੈਂ ਤੰਗ ਹੀ ਆਣਾ ਸੀ, ਹੋਰ ਮੈਂ ਕੀ ਕਰਾਂ। ਫਿਰ ਨੀਮੇ ਨੂੰ ਮੈਂ ਫਿਰ ਆਖਿਆ, ਮੈਂ ਕਿਹਾ ਹੁਣ ਤੱਕ ਕੀ ਕਰਨਾ ਯਾਰ, ਤੇਰੀ ਮਿਹਰਬਾਨੀ ਹੈ ਤੇ ਭਾਈ ਕੰਮ ਵੱਸੋਂ ਬਾਹਰ ਹੋ ਗਿਆ। ਭੈਣਾਂ ਭਰਾਵਾਂ ਨੂੰ ਉਹਨਾਂ ਨੇ ਆਖਿਆ, ਮੈਂ ਕਿਹਾ ਯਾਰ ਇਹਨੂੰ ਸਮਝਾ ਲਓ, ਇਹ ਨਹੀਂ ਜੇ ਸਮਝਦੀ। ਬਤੇਰਾ ਤਰਲਾ ਲੈਂਦਾ ਰਿਹਾ, ਮਿੰਨਤਾਂ ਕਰਦਾ ਰਿਹਾ, ਜਾ ਕੇ ਇੰਜ ਪੈਰੀ ਹੱਥ ਵੀ ਇੰਜ ਮੈਂ ਲਾਇਆ। ਮੈਂ ਨੀਮੇ ਦੇ ਨਹੀਂ ਆਉਂਦੇ ਭੈਣਾਂ ਭਰਾਵਾਂ ਸਾਰਿਆਂ ਦੇ ਤਰਲੇ ਲਾਏ। ਮੈਂ ਕਿਹਾ ਯਾਰ ਇਹਨੂੰ ਸਮਝਾਓ, ਇਹ ਮੈਂ ਕਿਹਾ ਗਲਤ ਕਰਦੀ ਹੈ, ਘਰ ਨਹੀਂ ਪੈਂਦੀ, ਇਹਨੂੰ ਕੁਛ ਸਮਝਾ ਲਓ ਯਾਰ। ਫਿਰ ਉਸ ਤੋਂ ਬਾਅਦ ਅਸਾਂ ਫਿਰ ਇਹ ਪਲੈਨਿੰਗ ਬਣਾ ਲਈ। ਫਿਰ ਅਸੀਂ ਉਹ ਕਿੰਜ ਪਲੈਨਿੰਗ ਬਣਾਈ? ਕਿੱਥੇ ਬਹਿ ਕੇ ਕਿੱਥੇ ਗੱਲ ਹੋਈ? ਕਦੋਂ ਗੱਲ ਹੋਈ? ਕੀ ਦਿਨ ਹੈਗਾ ਸੀ? ਹਾਂਜੀ ਕਿਹੜਾ ਦਿਨ ਸੀ? ਇਹ ਮੰਗਲ ਵਾਲਾ ਦਿਨ ਸੀ ਸਾਹਿਬ। ਅੱਛਾ, ਪੀਰ ਨੂੰ ਗਈ ਸੀ ਘਰੋਂ ਤੇ ਅਗਲੇ ਦਿਨ ਮੰਗਲ ਵਾਲੇ ਦਿਨ ਤੂੰ ਨਹੀਂ ਮੈਨੂੰ ਮਿਲਣ ਗਿਆ, ਨੀਮਾ ਤੈਨੂੰ ਮਿਲਣ ਆਇਆ? ਹਾਂਜੀ ਨੀਮਾ ਆਇਆ ਸੀ ਮੇਰੇ ਵੱਲ। ਕਿੱਧਰ? ਤੇਰੇ ਘਰ ਆਇਆ? ਹਾਂਜੀ ਘਰ। ਕੀ ਕਿਹਾ ਉਹਨੇ? ਮੈਂ ਕਿਹਾ ਭਾਈ ਇਹ ਗੱਲ ਹੀ ਤੇ ਇਹ ਬਾਤ ਹੈ। ਤੇ ਨੀਮਾ ਕੀ ਕਹਿੰਦਾ? ਨੀਮਾ ਆਂਦਾ ਫਿਰ ਚਲੋ ਇਹਨੂੰ ਮਾਰ ਦਿੰਦੇ ਆ। ਮੈਂ ਕਿਹਾ ਠੀਕ ਹੋ ਗਿਆ, ਮਾਰ ਦਿੰਦੇ। ਤੂੰ ਕਿਹਾ ਮਾਰ ਦਿੰਦੇ? ਠੀਕ ਹੈ। ਫਿਰ ਕਿਸ ਤਰੀਕੇ ਨਾਲ ਮਾਰੇ? ਮੰਗਲ ਨੂੰ ਹੀ ਮਾਰਤੀ? ਬੁੱਧ ਨੂੰ ਮਾਰੀ ਸੀ? ਮੰਗਲ ਵਾਲੇ ਦਿਨ ਰਾਤ ਨੂੰ ਮਾਰੀ। ਕਿੰਨੀ ਦੇਰ ਰਿਹਾ ਨੀਮਾ ਤੇਰੇ ਕੋਲ? ਇਹ ਤਕਰੀਬਨ ਕੋਈ 2 ਘੰਟੇ ਰਿਹਾ ਮੇਰੇ ਕੋਲ। ਅੱਛਾ। ਭੈਣ ਮਿਲੀ ਨੀਮੇ ਨੂੰ? ਖਾਣਾ ਖੁਣਾ ਖਿਲਾਇਆ ਉਹਨੂੰ? ਕਿਹਨੂੰ? ਸ਼ਮੈਲਾ ਨੇ ਨੀਮੇ ਨੂੰ ਖਾਣਾ ਖਿਲਾਇਆ? ਹਾਂਜੀ। ਚਾਹ ਛਾਪ ਲਾਈ? ਹਾਂਜੀ। ਬਹਿ ਕੇ ਗੱਲਾਂ ਗੁੱਲਾਂ ਕਰਦੇ ਰਹੇ? ਹਾਂਜੀ। ਕੀ ਗੱਲਾਂ ਕਰਦੇ ਰਹੇ? ਗੱਲਾਂ ਇਹ ਆਖਰੀ ਗੱਲਾਂ ਕੀ ਹੋ ਰਹੀਆਂ ਸੀ? ਆਖਰੀ ਗੱਲਾਂ ਇਹ ਹੋ ਰਹੀਆਂ, ਉਹਨੇ ਆਖਿਆ ਯਾਰ ਭੈਣ ਸਿਆਣੀ ਬਣ, ਘਰੋਂ ਬਾਹਰ ਨਾ ਨਿਕਲਿਆ ਕਰ, ਗਲਤ ਖਾਮੀ ਏ, ਘਰੋਂ ਬਾਹਰ ਨਾ ਨਿਕਲ। ਅੱਛਾ। ਉਹਨੇ ਆਖਿਆ ਮੈਂ ਨਿਕਲਣਾ ਹੀ ਨਿਕਲਣਾ। ਅੱਛਾ। ਹਾਂਜੀ ਜ਼ੋਰਾਵਾਰੀ ਹੋ ਗਈ। ਉਹਨੇ ਆਖਿਆ ਮੈਂ ਨਿਕਲਣਾ ਹੀ ਨਿਕਲਣਾ। ਹਾਂਜੀ ਬਸ। ਫਿਰ ਤੂੰ ਕੀ ਕਿਹਾ? ਮੈਂ ਫਿਰ ਉਹਨੂੰ ਆਖਿਆ, ਮੈਂ ਕਿਹਾ ਤੂੰ ਨਿਕਲਣਾ? ਉਹਨੇ ਕਿਹਾ ਹਾਂਜੀ ਮੈਂ ਨਿਕਲਣਾ, ਤੂੰ ਮੈਨੂੰ ਡੱਕ ਹੀ ਨਹੀਂ ਸਕਦਾ, ਤੂੰ ਜੰਮਿਆ ਹੀ ਨਹੀਂ ਇਸ ਗੱਲ ਦੇ ਵਿੱਚ। ਮੈਂ ਕਿਹਾ ਨੀਮੇ ਦੇ ਸਾਹਮਣੇ? ਹਾਂਜੀ। ਅੱਛਾ। ਫਿਰ ਨੀਮੇ ਨੇ ਆਖਿਆ ਹੁਣ ਫਿਰ ਕੀ ਕਰਨੀ? ਮੈਂ ਕਿਹਾ ਬਈ ਵੇਖ ਲੈ ਜੋ ਕਰਨਾ ਹੀ ਦੱਸ। ਉਹਨੇ ਆਖਿਆ ਇਹਨੂੰ ਮਾਰ ਦਿੰਦੇ ਆ। ਉਹਦੇ ਸਾਹਮਣੇ ਕਿਹਾ? ਹਾਂ ਮਾਰ ਦਿੰਦੇ। ਤੇ ਉਹ ਕੀ ਕਹਿੰਦੀ? ਉਹਨੇ ਆਖਿਆ ਮਾਰ ਦਿਓ ਮੈਨੂੰ। ਫਿਰ ਜਿਹੜੀ ਮਾਰ ਦਿਓ ਮੈਨੂੰ? ਹਾਂ ਜਿਹੜੀ ਹੋਏਗੀ ਵੇਖੀ। ਬੱਚੇ ਕਿੱਥੇ ਸੀ ਤੇਰੇ 2? ਉਹ ਸੁੱਤੇ ਹਨ ਸਾਹਿਬ। ਕੀ ਟਾਈਮ ਸੀ ਰਾਤ ਦਾ? ਇਹ ਹੈ ਸੀ ਤਕਰੀਬਨ ਕੋਈ 11 11:30 ਦਾ। ਨੀਮਾ ਕਦੋਂ ਆਇਆ ਸੀ? ਇਹ ਆ ਗਿਆ ਸੀ 9 ਵਜੇ ਨਾਲ ਘਰ। ਹਾਂ 11:30 2.5 ਘੰਟੇ ਗੁਫ਼ਤਗੂ ਚੱਲਦੀ ਰਹੀ ਤੁਹਾਡੀ? ਹਾਂਜੀ। ਠੀਕ ਹੈ। ਫਿਰ ਨੀਮੇ ਨੇ ਕੀ ਕੀਤਾ? ਇਹਨੇ ਫਿਰ ਰੱਸਾ ਲਿਆਂਦਾ ਉਹਦੇ ਸਾਹਮਣੇ? ਹਾਂਜੀ। ਤੇ ਉਹ ਭੱਜੀ ਨਹੀਂ? ਨਹੀਂ ਭੱਜੀ ਨਹੀਂ, ਉਹ ਖਲੋਤੀ ਰਹੀ। ਰੱਸਾ ਲਿਆਂਦਾ ਇਹਨੇ ਬੰਨੀ। ਕਿੱਧਰੋਂ ਰੱਸਾ ਲੈ ਕੇ ਆਇਆ? ਪਤਾ ਨਹੀਂ, ਇਹ ਕਿਤੋਂ ਬਾਹਰੋਂ ਹੀ ਲੈ ਕੇ ਆਇਆ। ਨਿਕਲ ਗਿਆ ਸੀ ਘਰ ਬਾਹਰ 11:30 ਵਜੇ ਘਰ ਤੋਂ ਬਾਹਰ ਚਲਾ ਗਿਆ ਨੀਮਾ? ਹਾਂਜੀ। ਕਿੰਨੀ ਦੇਰ ਬਾਅਦ ਆਇਆ ਵਾਪਸ ਆ ਗਿਆ ਸੀ ਤਕਰੀਬਨ ਅੱਧੇ ਕੁ ਘੰਟੇ ਬਾਅਦ ਆ ਗਿਆ। ਅੱਛਾ। ਉਦੋਂ ਸੌ ਗਈ ਸੀ ਇਹ? ਹਾਂਜੀ ਸੌ ਗਈ ਸੀ ਉਦੋਂ। ਅੱਛਾ। ਤੂੰ ਜਾਗ ਰਿਹਾ ਸੀ? ਹਾਂਜੀ। ਤੈਨੂੰ ਕਹਿ ਕੇ ਗਿਆ ਸੀ ਨੀਮਾ ਕਿ ਮੈਂ ਆ ਰਿਹਾ ਤੇ ਇਹਨੂੰ ਕਤਲ ਕਰਨਾ? ਹਾਂਜੀ। ਤੂੰ ਜਾਗ ਰਿਹਾ ਸੀ, ਇਹ ਸੌ ਗਈ? ਹਾਂਜੀ। ਤੂੰ ਵੀ ਸੁੱਤਾ ਨਾਲ? ਨਹੀਂ ਮੈਂ ਨਾਲ ਨਹੀਂ, ਮੈਂ ਆਪਣੀ ਚਾਰਪਾਈ 'ਤੇ ਲੇਟਾ। ਅੱਛਾ ਤੂੰ ਆਪਣੀ ਚਾਰਪਾਈ 'ਤੇ। ਫਿਰ ਨੀਮਾ ਆਇਆ? ਹਾਂਜੀ। ਕਿੰਨੇ ਕੁੰਡੀ ਖੋਲੀ? ਦਰਵਾਜ਼ਾ ਮੈਂ ਹੀ ਖੋਲਿਆ ਸੀ ਬਾਹਰ। ਫੋਨ ਕੀਤਾ ਤੈਨੂੰ ਉਹਨੇ? ਨਹੀਂ ਦਰਵਾਜ਼ਾ ਖੋਲਿਆ ਸੀ। ਇਹਨੂੰ ਕਿਹਾ ਇੱਕ ਦਫਾ, ਮੈਂ ਯਾਰ ਤੂੰ ਨਹੀਂ ਨਾ ਰੱਖਣਾ ਚਾਹੁੰਦਾ ਹੈ, ਇਹਨੂੰ ਤਲਾਕ ਦੇ ਦੇ। ਹਾਂ ਇਹ ਤੇ ਤਰੀਕ ਹੈ। ਠੀਕ ਹੈ। ਮੈਂ ਸਕਦਾ ਬੰਦਾ। ਮੈਂ ਉਹਨੂੰ ਕਿਹਾ ਕਿ ਯਾਰ ਤਲਾਕ ਦੇ ਦੇ ਇਹਨੂੰ ਤੂੰ। ਠੀਕ ਹੈ। ਕਹਿੰਦਾ ਇਹਨੂੰ ਮੈਂ ਤਲਾਕ ਨਹੀਂ ਦੇਣੀ ਆ। ਅੱਛਾ। ਤੂੰ ਮੈਨੂੰ ਮਸ਼ਵਰਾ ਦੇ। ਠੀਕ ਹੈ। ਮੈਂ ਉਹਨੂੰ ਫਿਰ ਮਸ਼ਵਰਾ ਦਿੱਤਾ, ਮੈਂ ਤੂੰ ਇਹਨੂੰ ਮਾਰ ਦੇ। ਅੱਛਾ। ਤੂੰ ਕਿਹਾ? ਕਦੋਂ ਦੀ ਗੱਲ ਹੈ ਇਹ? ਉਦੋਂ ਦੀ ਗੱਲ ਹੈ, ਨਵੇਂ ਸਾਲ ਦੀ ਗੱਲ ਹੈ ਨਾ। ਇਹ ਗਿਆ ਨਾ ਘਰ ਤੇ ਉਦੋਂ ਹੀ ਇਹਨੂੰ ਮੈਂ ਕਹਿ ਦਿੱਤਾ। ਠੀਕ ਹੈ। ਮੈਂ ਯਾਰ ਤੇ ਜਦੋਂ ਤੇਰੇ ਸਮਝ ਨਹੀਂ ਗੱਲ ਹੁੰਦੀ ਹੈ ਤੂੰ ਤਲਾਕ ਦੇ ਦੇ। ਕਹਿੰਦਾ ਫਿਰ ਇਹਨੂੰ ਮਾਰ ਦੇਣੇ ਆ। ਅੱਛਾ। ਠੀਕ ਹੈ ਸਰ ਜੀ। ਫਿਰ ਇਹਨੂੰ ਮੈਂ ਕਿਹਾ ਇਹਨੂੰ ਮਾਰ ਦੇਣੇ ਆ। ਅੱਛਾ। ਠੀਕ ਹੈ। ਤੂੰ ਵੀ ਰਾਜ਼ੀ ਹੋ ਗਿਆ? ਹਾਂਜੀ। ਅੱਛਾ। ਉਹਨੇ ਤੂੰ ਮਸ਼ਵਰਾ ਦਿੱਤਾ ਸੀ ਨਾ ਉਹਨੂੰ? ਹਾਂਜੀ। ਕਿ ਮਾਰ ਦੇ? ਹਾਂਜੀ। ਤੇ ਉਹਨੇ ਕਿਹਾ ਫਿਰ ਇਹਨੂੰ ਮਾਰ ਦੇਣੇ? ਹਾਂਜੀ। ਇਹ ਕਦੋਂ ਦੀ ਗੱਲ ਹੈ? ਇਹ ਨਵੇਂ ਜਿੱਦਣ ਮਾਰਿਆ ਵੇ। ਅੱਛਾ। ਠੀਕ ਹੈ। ਠੀਕ ਹੈ। ਉਦੋਂ ਦੀ ਗੱਲ ਹੈ। ਉਹ ਫਿਰ ਦੋਵਾਂ ਨੇ ਹੀ ਰੱਸੀ ਕੱਢੀ, ਰੱਸਾ। ਮਨਸੂਬਾ ਕਿੱਥੇ ਬਣਾਇਆ? ਮਨਸੂਬਾ ਘਰ ਇਹਨਾਂ ਦੇ ਬੈਗ ਉਦੋਂ ਟੁਰਨ ਫਿਰਨ ਗਈ ਸੀ। ਅੱਛਾ ਬਾਹਰ ਹੀ ਗਈ ਸੀ? ਬਾਹਰ ਹੀ ਗਈ। ਪਿੱਛੋਂ ਤੁਸੀਂ ਮਨਸੂਬਾ ਬਣਾ ਲਿਆ? ਹਾਂਜੀ। ਕਿ ਮਾਰ ਦਿੰਨੇ? ਹਾਂਜੀ। ਕਿਸ ਤਰ੍ਹਾਂ ਮਾਰ ਰਹੇ? ਇਹ ਰੱਸੇ ਦੇ ਨਾਲ। ਫਿਰ ਉਹਨੂੰ ਕਿਹਾ ਬੱਚੇ ਸੁੱਤੇ ਹਨ। ਠੀਕ ਹੈ। ਉਹ ਫਿਰ ਰੱਸਾ ਲਿਆ, ਉਧਰੋਂ ਉਹਨੇ ਫੜਿਆ, ਇਹ ਸੌਂ ਗਈ ਏ। ਸਾਡੇ ਕੋਲ ਤੇ 11:45 ਦਾ ਟਾਈਮ ਹੋਇਆ ਵੇ। ਠੀਕ ਹੈ। 11:30 ਵਜੇ ਨਾਲ
ਫਿਰ ਇਹਨੂੰ ਗਲਾ ਹੀ ਘੁੱਟ ਦੇਈਦਾ। ਪਹਿਲੇ ਗੱਲਾਂ ਗੁੱਲਾਂ ਹੋਈਆਂ ਤੁਹਾਡੀਆਂ ਉਹਦੇ? ਨਹੀਂ, ਸਾਡੀਆਂ ਕੋਈ ਅਸੀਂ ਗੱਲ ਕੀਤੀ ਨਹੀਂ ਹੈ ਕੋਈ ਸਾਡੀ। ਆ ਕੇ ਸੋ ਗਈ ਇੱਕ ਆਣ ਕੇ ਅਸੀਂ ਨਾ ਉਹਨੂੰ, ਮੈਂ ਨਾ ਉਹਨੂੰ ਪੁੱਛਿਆ ਹੋਵੇ ਨਾ ਗਿੱਛਿਆ ਹੋਵੇ। ਉਹ ਤਿੰਨ ਰੂਫਾ ਦੇ ਕਹਿੰਦਾ ਸਾਡੀਆਂ ਗੱਲਾਂ ਹੁੰਦੀਆਂ ਰਹੀਆਂ, ਉਹਨੇ ਕਿਹਾ ਮੈਂ ਨਹੀਂ ਮੁੜਨਾ ਤੇ ਫਲਾਂ ਫਲੂ ਜੋ ਇਹ ਮਰਜ਼ੀ। ਪਹਿਲੋਂ ਸਰ ਜੀ ਗੱਲਾਂ ਹੁੰਦੀਆਂ ਰਹੀਆਂ ਨੇ, ਉਸ ਦਿਨ ਨਹੀਂ ਹੋਈਆਂ? ਉਸ ਦਿਨ ਨਹੀਂ ਹੋਈਆਂ ਹੈ। ਮੈਂ ਗਲਤ ਬੈਲੇ, ਕਿਉਂਕਿ ਰੱਬ ਨੂੰ ਜਾਣਦੇ ਨਹੀਂ, ਜਿਹੜਾ ਜੋ ਕੰਮ ਹੋਣਾ ਸੀ ਹੋ ਗਿਆ ਹੋਵੇ। ਉਸ ਦਿਨ ਆ ਕੇ ਸੋ ਗਈ ਹੈ। ਕਿੰਨੇ ਵਜੇ ਆਈ ਹੈ ਉਹ ਸਰ ਜੀ ਉਦੋਂ ਆਈਏ 9 ਵਜੇ ਨਾਲ। ਅੱਛਾ ਤੇ ਮੈਂ ਉਧਰ ਹੀ ਬੈਠਾ, ਮੈਂ ਆਪਣੀ ਫੁੱਲ ਉੱਠ ਕੇ ਆਇਆ ਵਾਂ। ਅੱਛਾ, ਤੂੰ ਉੱਥੇ ਹੀ ਬੈਠਾ ਸੀ, ਤੈਨੂੰ ਹਾਂਜੀ। ਮਿਲੀ ਹੈ? ਹਾਂਜੀ ਮੈਨੂੰ ਮਿਲੀ ਹੈ, ਮੈਂ ਨਹੀਂ ਉਹਨੂੰ ਪੁੱਛਿਆ। ਮੈਨੂੰ ਉਹ ਨਵੇਂ ਸਾਲ ਦੇ ਦਿਨ ਜਿੱਦਣ ਸਾਡੇ ਵੱਲ ਗਈ ਹੈ ਸਵੇਰੇ, ਉਸ ਦਿਨ ਮਿਲੀ ਹੈ। ਤੇ ਜਾਂ ਫਿਰ ਜਦੋਂ ਮੈਨੂੰ ਮੁੰਡਿਆਂ ਨੇ ਦੱਸਿਆ ਹੋਵੇ ਨਾ, ਉਸ ਦਿਨ ਤੂੰ ਦੇ ਘਰ ਬੈਠਾ ਸੀ, 9 ਵਜੇ ਅੰਦਰ ਐਂਟਰੀ ਹੋਈ ਉਹਦੀ, ਉਦੋਂ ਮਿਲੀ ਤੈਨੂੰ? ਹਾਂਜੀ ਉਦੋਂ ਮੈਂ ਕਹਿੰਦੀ? ਮੈਂ ਉਹਨਾਂ ਨਾਲ ਭਾਈ ਨੇ ਪੁੱਛਿਆ ਕਿ ਕਿੱਧਰ ਗਈ ਹੈ, ਉਹਨੇ ਕਿਹਾ ਮੈਂ ਚਰਚ ਗਈ ਹਾਂ। ਮੈਂ ਚੁੱਪ ਕਰ ਰਿਹਾ, ਕਿਉਂਕਿ ਮੈਨੂੰ ਤਾਂ ਸਰ ਜੀ ਗੱਲ ਦਾ ਪਤਾ ਸੀ ਜਿੱਥੇ ਗਈ ਸੀ। ਠੀਕ ਹੈ, ਫਿਰ ਉਹ ਇਹ ਗੱਲਬਾਤ ਹੋ ਗਈ। ਮੈਂ ਉੱਥੇ ਬੈਠਾ ਰਿਹਾ, ਚਾਹ ਇਹਨਾਂ ਨੇ ਚਾਹ ਕਹਿੰਦਾ ਯਾਰ ਦੁੱਧ ਦਾ ਡੱਬਾ ਲੈ ਕੇ ਚਾਹ ਬਣਾਈ। ਕਿੰਨੇ ਬਣਾਈ? ਮੈਂ ਹੀ ਬਣਾਈ ਸੀ। ਅੱਛਾ ਠੀਕ ਹੈ, ਚਾਹ ਉਹਦੇ ਤੋਂ ਪਹਿਲੇ ਮਨਸੂਬਾ ਬਣਾ ਲਿਆ? ਹਾਂਜੀ ਮਨਸੂਬਾ। ਚਾਹ ਬਾਅਦ ਚ ਬਣਾਈ ਹੈ? ਨਹੀਂ ਮਨਸੂਬਾ ਪਹਿਲਾਂ ਬਣਾ ਲਿਆ ਸੀ ਨਾ, ਬਾਅਦ ਚ ਚਾਹ ਬਣਾਈ ਹੈ? ਹਾਂਜੀ। ਅੱਛਾ, ਮਨਸੂਬੇ ਚ ਕੀ ਬਣਾਇਆ ਸੀ? ਇਹਨੂੰ ਫਾਹ ਦੇ ਦਈਏ। ਅੱਛਾ, ਰੱਸੀ ਕਿੱਥੋਂ ਲਿਆਣੀ ਸੀ? ਰੱਸੀ ਸਰ ਜੀ ਉੱਥੇ ਹੀ ਪਈ ਸੀ ਕੋਲ? ਹਾਂਜੀ, ਉਹ ਕਹਿੰਦਾ ਤੂੰ ਬਾਹਰੋਂ ਲੈ ਕੇ ਆਇਆ? ਨਹੀਂ ਬਾਹਰੋਂ ਨਹੀਂ ਲੈ ਕੇ ਆਇਆ, ਗਲਤ ਗੱਲ ਨਹੀਂ ਕਰਨੀ, ਰੱਬ ਨੂੰ ਝੂਠ ਜਾਣਦੇ। ਹੀ ਬੋਲੀ ਜਾ ਰਹੇ ਆ ਉਹ ਸਾਰੀ? ਨਹੀਂ ਮੈਂ ਝੂਠ ਨਹੀਂ ਬੋਲਣ ਦਿਆ। ਨਹੀਂ ਉਹ ਝੂਠ ਬੋਲਣ ਦੇ, ਮੈਂ ਨਹੀਂ ਝੂਠ ਬੋਲਣ ਦਿਆ। ਅੱਛਾ ਠੀਕ ਹੈ। ਰੱਸੀ ਉੱਥੇ ਹੀ ਲਈ ਏ ਸਰ ਜੀ, ਉੱਥੇ ਹੀ ਫਾਹ ਪਈ ਸੀ ਪਹਿਲੇ ਹੀ? ਹਾਂਜੀ, ਠੀਕ ਉਹ ਹੈ। ਪਹਿਲਾਂ ਹੀ ਪਈ ਸੀ ਨਾਲ ਦਾ, ਇਹਨਾਂ ਦੀ ਪੈਂਦਾ ਹਨ ਤੇ ਉਹ ਕੱਢੀ ਸੀ। ਚਾਹ ਕਿੰਨੇ ਵਜੇ ਬਣਾਈ ਹੈ? ਚਾਹ ਹੈ ਹੀ ਕੋਈ ਤੁਹਾਨੂੰ ਤੇ ਪੌਣੇ 10 ਦਾ ਜਾਂ 10 ਦਾ ਟਾਈਮ ਸੀ, ਇੰਨੇ ਕੁ ਦਾ ਟਾਈਮ ਸੀ। ਅੱਛਾ ਠੀਕ ਹੈ, ਇਹ ਜਦੋਂ ਆ ਕੇ ਸੌਂ ਗਈ ਹੈ ਨਾ, ਚਾਹ ਉਦੋਂ ਬਣਾਈ ਹੈ ਇਹ। ਠੀਕ ਹੈ, ਸੌਣ ਤੋਂ ਬਾਅਦ ਚਾਹ ਬਣਾਈ ਹੈ? ਹਾਂਜੀ। ਫਿਰ ਬੈਠੇ ਰਹੇ ਹੋ ਚਾਹ ਪੀ ਆ ਕੇ? ਮੈਂ ਬੈਠਾ ਰਿਹਾ ਚਾਹ ਪੀ ਕੇ, ਫਿਰ ਉਹ ਸੌਂ ਗਈ ਹੈ। ਠੀਕ ਹੈ, ਫਿਰ ਇਹਨੇ ਕੀ ਕੀਤਾ, ਇਹਨੇ ਕਿਹਾ ਪਾ ਰੱਸੀ ਉਧਰੋਂ, ਫਾਹ ਦਿੱਤਾ ਵੇ। ਠੀਕ ਹੈ, ਫਾਹ ਦੇ ਕੇ ਮਰ ਗਈ ਉਹ। ਤੂੰ ਰੱਸੀ ਪਾਈ? ਮੈਂ ਪਾਈ ਰੱਸੀ, ਉਧਰੋਂ ਇਹਨੇ ਪਾਈ ਰੱਸੀ। ਉਧਰੋਂ ਕਿਧਰੋਂ? ਉਹਨੇ ਉਧਰੋਂ ਫੜੀ ਨਾ ਰੱਸੀ, ਉਧਰੋਂ ਮੈਂ ਫੜ ਲਈ। ਅੱਛਾ, ਇਹ ਲੰਮੀ ਪਈ ਹੈ? ਹਾਂਜੀ। ਉਹਨੇ ਪਹਿਲੇ ਬੰਨੇ ਆ ਬੈੱਡ ਦੇ ਉੱਤੇ? ਹਾਂਜੀ। ਤੇ ਹੋਸ਼ ਆਈ ਉਹਨੂੰ ਜਦੋਂ ਨਹੀਂ, ਤੁਸੀਂ ਉਹਦੇ ਬੈੱਡ ਮੂੰਹ ਦੇ ਨਾਲ ਰੱਖ ਦਿੱਤਾ ਸੀ ਨਾ, ਉਹ ਐੜਾ ਹੁੰਦਾ ਨਹੀਂ ਹੈ ਸਰਾਣਾ। ਤਕੀਆ ਸਰਾਣਾ? ਹਾਂਜੀ ਹਾਂਜੀ, ਉਹ ਰੱਖ ਦਿੱਤਾ ਸੀ। ਉਹ ਰੱਖਤਾ ਸੀ। ਵਜ਼ਨ ਤੂੰ ਪਾਇਆ ਸੀ? ਹਾਂਜੀ ਵਜ਼ਨ ਮੈਂ ਪਾਇਆ ਸੀ। ਤੇ ਉਹ ਲਪੇਟ ਰਿਹਾ ਸੀ ਰੱਸੀ? ਹਾਂਜੀ ਸਰ ਜੀ, ਨਾਲ ਰੱਸੀ ਸੀ, ਨਾਲ ਦੁਪੱਟਾ ਸੀ। ਅੱਛਾ। ਬਾਦ ਖਿੱਚ ਲੱਗੀ ਰੱਸੀ ਨੂੰ ਹੀ, ਕਿਉਂਕਿ ਮੋਟੀ ਸੀ ਨਾ। ਰੱਸੀ ਕਿੱਥੇ ਪਾਈ ਸੀ? ਗਰਦਨ ਤੇ? ਹਾਂਜੀ। ਐਸ ਹਿੱਸੇ ਤੇ ਪਾਈ ਸੀ? ਹਾਂਜੀ। ਤੇ ਲੱਤਾਂ ਲੁੱਤਾਂ ਤੇ ਕੀ ਪਾਇਆ ਸੀ? ਉਹ ਵੀ ਬੰਨਿਆ ਸੀ ਰੱਸੇ ਨਾਲ ਹੀ। ਉਹ ਵੀ ਰੱਸਾ ਵੱਡਾ ਸੀ? ਹਾਂਜੀ, ਉਹ ਕੋਈ ਹੈ ਹੀ ਨਾਲ ਦਾ, ਕੋਈ ਇੱਥੋਂ ਲਾ ਲਓ 4 ਜਾਂ 5 ਮੀਟਰ ਹੋਣਾ ਤੇ ਰੱਸਾ। ਕੱਟਿਆ ਸੀ ਉਹਨੂੰ? ਨਹੀਂ ਕੱਟਿਆ ਨਹੀਂ, ਉਂਝੀ ਉਹਨੂੰ ਬੰਨਿਆ ਸੀ। ਅੱਛਾ, ਉਹਨੂੰ ਬੰਨ ਕੇ ਤੇ ਬਾਕੀ ਹਿੱਸਾ ਆਪਣੇ ਕੋਲ ਰੱਖਿਆ ਸੀ? ਹਾਂਜੀ। ਅੱਛਾ, ਫਿਰ ਉਹ ਸਰ ਜੀ ਨਾਲ ਦਾ ਜਦੋਂ ਖਤਮ ਹੋ ਗਈ। ਠੀਕ ਹੈ, ਰੱਸਾ ਖਿੱਚਤਾ ਹਾਂਜੀ ਥੱਲੇ ਨੂੰ? ਹਾਂਜੀ ਤੇ ਟਰੱਕੀਆ ਵੀ ਦਿੱਤਾ ਸੀ? ਹਾਂਜੀ, ਤਕੀਆ ਵੀ ਦਿੱਤਾ। ਠੀਕ ਹੈ, ਖਤਮ ਹੋ ਗਈ। ਫਿਰ? ਹਾਂਜੀ, ਫਿਰ ਉਹ ਸਾਡੇ ਕੋਈ 11:30 ਦਾ ਟਾਈਮ ਹੋਇਆ ਵੇ। ਮੋਟਰਸਾਈਕਲ ਲਈ ਹੈ ਮਰਾਲੀ ਵਾਲਾ ਮੁੰਡਾ ਯਾਰ ਸੱਜਣ, ਉਹਨੂੰ ਮੈਂ ਫੋਨ ਕੀਤਾ, ਉਹਦੀ ਰਣ ਦੀ ਦੁਕਾਨ ਸੀ। ਠੀਕ ਹੈ, ਮੋਟਰਸਾਈਕਲ ਲਈ ਹੈ, ਇਹਨੇ ਪਿੱਛੇ ਫੜ ਕੇ ਬੈਠਾ ਵੇ। ਠੀਕ ਹੈ, ਮੈਂ ਮੋਟਰਸਾਈਕਲ ਚਲਾਉਂਦਾ, ਉੱਥੇ ਫਿਰ ਜਾ ਕੇ ਸੇਮ 'ਚ ਸੁੱਟ ਛੇੜੀ। ਫਿਰ ਸਾਹਿਬ ਜੀ ਅਸੀਂ ਨੀਮੇ ਨੂੰ ਆਖਿਆ ਹੁਣ ਕੀ ਕਰਨਾ, ਨੀਮਾ ਆਂਦਾ ਹੈ ਤੂੰ ਮਦਈ ਬਣ ਜਾ ਤੇ ਮੈਨੂੰ ਤੂੰ ਬਚਾ ਲੈ। ਅੱਛਾ, ਮਦਈ ਬਣ ਜਾ। ਹਾਂ, ਤੂੰ ਮਦਈ ਬਣ ਜਾ ਤੇ ਮੈਨੂੰ ਬਚਾ ਲੈ। ਮਨਸੂਬਾ ਬਣਾਇਆ ਸੀ, ਤੂੰ ਉਹਨੂੰ ਕਿਹਾ ਸੀ ਕਿ ਮਦਈ ਤੂੰ ਬਣ ਜਾਈ? ਨਹੀਂ, ਮੈਂ ਸਰ ਜੀ ਉਹਨੂੰ ਨਹੀਂ ਇਹ ਉਹ ਕਿਹਾ। ਇਹ ਕਹਿ ਰਿਹਾ, ਉਹਨੇ ਕਿਹਾ ਸੀ ਪਹਿਲੇ? ਨਹੀਂ ਸਰ ਜੀ, ਮੈਂ ਝੂਠ ਨਹੀਂ ਮਾਰਨਾ। ਤੇ ਫਿਰ ਕੀ ਸੀ ਕਿ ਫੜੇ ਨਹੀਂ ਜਾਵਾਂਗੇ? ਨਹੀਂ, ਇਹ ਸਰ ਜੀ ਵੇਖੋ ਮੇਰੀ ਗੱਲ ਸੁਣੋ, ਕਿਉਂਕਿ ਇਹ ਤਾਂ ਮੈਨੂੰ ਵੀ ਨਹੀਂ ਪਤਾ ਇਹਨੇ ਮਦਈ ਬਣਨਾ ਵੇ। ਜਦੋਂ ਇੱਥੇ ਆਇਆ ਰੋਇਆ ਕਰਲਾਇਆ ਐਸਐਚਓ ਸਾਹਿਬ ਦੇ ਸਾਹਮਣੇ। ਠੀਕ ਹੈ, ਕਿ ਸਰ ਜੀ ਮੇਰੀ ਬੀਵੀ ਮਰ ਗਈ ਹੈ। ਠੀਕ ਹੈ, ਫਿਰ ਐਸਐਚਓ ਸਾਹਿਬ ਬਣਾਇਆ ਨੂੰ ਮਦਈ ਬਣਾ ਹੜਿਆ। ਠੀਕ ਹੈ, ਫਿਰ ਉਸ ਤੋਂ ਬਾਅਦ ਜਦੋਂ ਫੜੇ ਗਏ, ਪਹਿਲਾਂ ਮੈਂ ਫੜਿਆ ਗਿਆ ਵਾਂ। ਠੀਕ ਹੈ, ਜਿੱਥੇ ਮੈਂ ਕੰਮ ਕਰਦਾ ਹਾਂ ਉੱਥੇ ਇਹਨਾਂ ਨਾਲ ਹੀ ਮੁੰਡੇ ਨੇ ਪਰਾਂ ਮਹਿਰਾਂ ਦੇ, ਉਹਨਾਂ ਨੇ ਫੋਨ ਕੀਤਾ, ਸਾਡੀ ਸਿਸਟਰ ਆਈ, ਉਹਨੇ ਕਿਹਾ ਪੁੱਤਰ ਵੇ ਗੱਲ ਸੁਣ ਮੇਰੀ, ਕਿ ਨਾਲ ਦਾ ਪੁਲਿਸ ਵਾਲੇ ਨਾਲ ਸਾਨੂੰ ਤੰਗ ਕਰਦੇ ਨੇ। ਤੂੰ ਆਪਣੀ ਮਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਦੱਸਿਆ ਜਾ ਕੇ ਮਾਰਤੀ ਹੈ ਮੈਂ? ਨਹੀਂ ਸਰ ਜੀ, ਮੈਂ ਨਹੀਂ। ਕਿੱਥੇ ਚਲਾ ਗਿਆ? ਭੱਜ ਕਿੱਥੇ ਗਿਆ ਸੀ? ਮੈਂ ਸਰ ਜੀ ਖਿਆਲੀ ਨਾ, ਜਿੱਥੇ ਕਢਾਈ ਦਾ ਕੰਮ ਕਰੀਦਾ ਸੀ ਨਾ, ਹਾਂ, ਉੱਥੇ ਲਿਆਸ ਕੋਲ ਵੀ ਜਿੱਥੇ ਕਢਾਈ ਦਾ ਕੰਮ ਕਰਦੇ, ਮੈਂ ਨਾ ਉਹ ਬੰਦੇ ਦੇ ਕੋਲ ਚਲਾ ਗਿਆ ਹਾਂ, ਉੱਥੇ 2 ਰਾਤਾਂ ਰਿਹਾ ਹਾਂ। ਅੱਛਾ, ਭੱਜ ਗਿਆ ਸੀ ਕਤਲ ਮੈਂ ਤੋਂ ਭੱਜ ਬਾਅਦ? ਗਿਆ ਹਾਂ। ਕਤਲ ਤੋਂ ਬਾਅਦ ਸੁੱਤਾ ਸੀ ਘਰ ਆ ਕੇ? ਨਹੀਂ, ਮੈਂ ਨਹੀਂ ਸਿੱਧਾ ਹੀ ਭੱਜ ਗਿਆ ਸੀ? ਮੈਂ ਭੱਜ ਗਿਆ, ਮੈਂ ਇੱਕ ਦਿਨ ਵੀ ਨਹੀਂ ਸੁੱਤਾ। ਇਹ ਘਰ ਚਲਾ ਗਿਆ ਸੀ? ਇਹ ਘਰ ਚਲਾ ਗਿਆ ਸਿਰਫ ਜਿੱਦਣ ਦਫਨਾਉਣ ਦਾ ਟਾਈਮ ਆਇਆ, ਜਿੱਦਣ ਹਸਪੀਟਲ ਲਾਸ਼ ਆਈ ਹੈ, ਉਦੋਂ ਮੈਂ ਸਿਰਫ ਘਰ ਆਇਆ ਵਾਂ। ਆਇਆ? ਹਾਂ, ਤੇ ਫਿਰ ਵਾਪਸੀ ਮੈਂ ਚਲਾ ਗਿਆ ਮੈਂ ਸ਼ਾਮ ਨੂੰ। ਅੱਛਾ, ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਪੁਲਿਸ ਨੇ ਫੜਿਆ ਵੇ, ਫਿਰ ਮੈਂ ਇਹਦਾ ਨਾਂ ਲਿਆ ਵੇ। ਦੱਸਤਾ? ਹਾਂਜੀ। ਫਿਰ ਮੈਨੂੰ ਥਾਣੇ ਲਾਇਆ ਨੇ ਇੱਥੇ, ਤੇ ਲਾਸ਼ ਜਿਹੜੀ ਉਹ ਪੋਸਟਮਾਰਟਮ ਲਈ? ਹਾਂਜੀ ਉੱਥੇ ਚਲੀ ਗਈ। ਠੀਕ ਹੈ, ਫਿਰ ਇਹਨਾਂ ਮੈਨੂੰ ਮਦਈ ਬਣ ਗਿਆ, ਮੈਂ ਮਦਈ ਬਣ ਗਿਆ। ਤੂੰ ਬੰਨਾ ਹੀ ਸੀ ਮਦਈ? ਪਹਿਲੇ ਦੀ ਪਲੈਨਿੰਗ ਸੀ ਤੇਰੀ ਤੇ ਨਈਮ ਦੀ? ਹਾਂਜੀ। ਨੀਮੇ ਦੀ? ਹਾਂਜੀ, ਮਦਈ ਬਣ ਗਿਆ।
ਉਸ ਤੋਂ ਬਾਅਦ ਫਿਰ ਡੈਡ ਬੋਡੀ ਲੈ ਕੇ ਗਿਆ ਘਰ, फिर दफनाई, फिर नीमा जड़ा ना घर से भाग गया। अच्छा, ये घर से भाग गया, उन्होंने शक हो गया इहदे ते नीमे ते पक्का। अच्छा, ये घर से भाग गया। जो घर से भज गया, फिर एक दिन उत्थे ना साडा महल्ला नाल दूसरा लियास करूनी उत्थे फड़िया गया। उन्हें आ के चौंकी च मारिया। इन्हें आख्या जी रूफे रऊफ भी मेरे नाल है। अच्छा, उत्थे फिर उन्हें सानू मारिया। तेन भी फड़ लिया फिर? हाँ जी, उत्थे फिर उन्हें दूसरा ना मारिया, तराया तुरया सानू, असी मन गए। मैं कहा हाँ जी साहब कीता हाँ जी कतल कीता हाँ जी सर कीता इतराफे जुर्म कीता हाँ जी बिल्कुल। की इतराफे जुर्म कीता उस टाइम जेड़ा वो दस उस टाइम क्या साहब मार दी है, लिहाजा माफ़ी मिल जाए सानू। ते उन्होंने पूछा नहीं क्यों मारी? हाँ जी उन्हें पूछया, उन्हें कहा माफ़ी नहीं मिल सकती, इत्थे असी तो माफ़ कर देंगे, अगले जान माफ़ी मिलेगी थानू। उन्हें कहा इत्थे माफ़ कर देंगे, अगले जान जाके बच्चों का तो ये माफ़ी मिलेगी। उन्हें कहा कदी माफ़ी मिले? मैं कहा नहीं साहब वाकई माफ़ी नहीं मिल सकती। बस जी तो कोई गल पूछया नहीं क्यों मारी? हाँ जी पूछया सी उन्हें। तू की किया? मैं कहा साहब गलत सी तो मार छड़ी बस। गलत है हाँ जी मार छड़ी। हाँ जी सही है। ते हुण की सज़ा होनी चाहिए थी? सजा है साहब माफ़ी मिल जाए, गरीब बंदा वा, बच्चे ने निक्के रोते अपने हस्ते रो रहे ते वो ਜਿਹੜੇ ਬੱਚਿਆਂ ਕੋਲ ਦੀ ਮਾਂ ਖੋ ਲਈ ਹੈ, ਬੱਚਿਆਂ ਦੀ ਪਰਵਰਿਸ਼ ਕਰਦੀ ਸੀ ਕਿ ਨਹੀਂ? नहीं कोई नहीं सी साहब। रोटी देंदी सी कदी? हाँ रोटी मिलती सी, कदी पका देंदी सी, कदी नहीं सी पका के देंदी। मैं फिर मुੱਲ मंगा लेंदा सी, मैं मंगा लेंदा सा। मैं ਬੱਚੇ ਰੋਏ ਸੀ ਮਾਂ ਦੇ ਕਤਲ ਤੋਂ ਲਾਸ਼ ਜਦੋਂ ਮਿਲੀ? हाँ जी बड़े रोए। ਕਹਿੰਦੇ ਕੀ ਸਵਾਲ ਕਰਦੇ ਰਹੇ ਤੇਰੇ ਤੋਂ ਬੱਚੇ? हाँ ਮਾਂ जी ਕਿੰਨੇ ਮਾਰਤੀ ਹੈ ਪੁੱਛਦੇ ਨਹੀਂ ਸੀ? नहीं है उन्होंने नहीं पूछा। ਕੀ ਕਹਿੰਦੇ ਸੀ ਕਿੱਥੇ ਕਿੰਜ ਹੋ ਗਿਆ ਮਾਂ ਕਿੰਜ हाँ ਮਰੀ? जी उन्होंने कहा हाँ जी उन्होंने कहा, मैं क्या पुत्र लाश बेटा मिली है सेम नाली दे विचों। बस है ही उन्होंने मैं कहता रहा, मैं कहा सेम नाली चो लाश मिली तो बस बेटी भी रोती थी तो बेटा। ਉਹਨਾਂ ਦਾ ਕੀ ਕਸੂਰ ਹੈ ਬੱਚਿਆਂ ਦਾ? ਉਹਨਾਂ ਵਾਸਤੇ ਮਾਂ ਵੀ ਮਰ ਗਈ ਤੇ ਪਿਓ ਵੀ ਮਰ ਗਿਆ। ਅੱਲਾ ਵਾਰਿਸ ਉਹਨਾਂ, ਖੁਦਾ ਉਹਨਾਂ ਦਾ ਭਲਾ ਕਰੇਗਾ। ਸਜ਼ਾ ਨਹੀਂ ਤੈਨੂੰ ਮਿਲਣੀ ਚਾਹੀਦੀ ਜੋ ਤੂੰ ਕੰਮ ਕੀਤਾ? ਚਲੋ ਜੀ ਸਾਹਿਬ ਮੈਂ ਤੇ ਆਖਾਂਗਾ ਮਾਫੀ ਮਿਲ ਜਾ, ਮੈਨੂੰ ਗਰੀਬ ਬੰਦਾ ਵਾਂ। ਚਲੋ ਮੈਂ ਆਪਣੇ ਬੱਚੇ ਬਲੇਡ ਕੇ ਬਹਿ ਜਾਵਾਂਗਾ, ਤੁਹਾਡਾ ਤਰਲਾ ਮੈਂ ਆਪਣੇ ਬੱਚੇ ਬਲੇਡ ਕੇ ਬਹਿ ਜਦੋਂ ਕਤਲ ਦੀ ਵਾਰਦਾਤ ਦਾ ਪਲੈਨਿੰਗ ਕੀਤੀ ਜਾਂ ਕਰ ਰਹੇ ਸੀ ਉਦੋਂ ਕੀ ਲੱਗਦਾ ਸੀ ਕਿ ਨਹੀਂ ਫੜੇ ਜਾਓਗੇ? ਨਹੀਂ ਉਦੋਂ ਪਤਾ ਸੀ ਵੀ ਫੜਿਆ ਤੇ ਇੱਕ ਦਿਨ ਜਾਣਾ ਹੀ ਹੈ, ਭਾਵੇਂ ਜੋ ਮਰਜ਼ੀ ਹੋ ਜਾ, ਜ਼ਾਹਰ ਤੇ ਹੋ ਹੀ ਜਾਣਾ। ਹਾਂ ਇੱਕ ਦਿਨ ਮੈਂ ਕੀ ਮਨਸੂਬਾ ਕੀਤਾ ਸੀ ਕਿ ਮਾਫੀ ਆਪਸ ਚ ਮਦਈ ਬਣ ਕੇ ਤੇ ਮਾਫੀ ਹੋ ਜਾਏਗੀ? ਮੈਂ ਤੇ ਇਹ ਸੋਚਿਆ ਚੱਲ ਆਪੇ ਜੇ ਪੱਛ ਪੁੱਛ ਜਾਵਾਂਗੇ ਆਪਸ ਚ ਬਚ ਜਾਵਾਂਗੇ। ਹਾਂ ਤੇ ਉਹ ਫਿਰ ਨਹੀਂ ਬਚੇਗਾ। ਹਾਂ ਜੀ ਹੁਣ ਆ ਗਏ ਆ ਕਾਬੂ, ਹੁਣ ਮਾਫੀ ਦੇ ਦਿਓ, ਮਿਹਰਬਾਨੀ ਹੈ ਸਰ, ਸ਼ੁਕਰੀਆ ਜੀ ਸਰ। ਅਸੀਂ ਤੈਨੂੰ ਕੀ ਮਾਫ ਕਰਨਾ ਹੈ? ਲੋਕਾਂ ਨੂੰ ਦੱਸ, ਤੂੰ ਆਪਣੀ ਬੀਵੀ ਦਾ ਨਾ ਤੇਰੇ ਕੋਲ ਕੋਈ ਪ੍ਰੂਫ ਹੈ, ਤੂੰ ਕਿਹਾ ਬਸ ਗਲਤ ਹੈਗੀ ਹੈ, ਗਲਤ ਹੈ ਨਾ, ਤੂੰ ਅਜੇ ਤੱਕ ਦੱਸ ਸਕਿਆ ਨਾ, ਪੁਲਿਸ ਨੂੰ ਵੀ ਨਹੀਂ ਪਤਾ ਨਹੀਂ ਦੱਸਿਆ ਹੋਣਾ ਕਿ ਨਹੀਂ। ਕੀ ਮਤਲਬ ਗੈਰਤ ਤੇ ਇਹਦੇ ਵਿੱਚ ਹੈ ਹੀ ਨਹੀਂ ਹਜੇ ਤੱਕ? ਤੂੰ ਕਹਿੰਦਾ ਭੈਣ ਭਰਾਵਾਂ ਨੂੰ ਮਿਲਣ ਜਾਂਦੀ ਸੀ, ਕਿਹੜੀ ਗੈਰਤ? ਔਰ ਗੈਰਤ ਵੀ ਹੋਵੇ ਤੇ ਗੈਰਤ ਦੇ ਪਿੱਛੇ ਕਤਲ ਕਰਨਾ ਹੀ ਜਾਇਜ਼ ਹੁੰਦਾ ਕਿ ਬੀਵੀ ਛੱਡੀ ਵੀ ਜਾ ਸਕਦੀ? ਹਾਂ ਜੀ ਛੱਡੀ ਵੀ ਜਾ ਸਕਦੀ। ਛੱਡੀ ਜਾ ਸਕਦੀ? ਕਿਉਂ ਨਹੀਂ ਛੱਡੀ ਫਿਰ ਤੂੰ? ਬਸ ਮੈਂ ਵੀ ਅਗਰ ਤੂੰ ਸੱਚ ਹੈ ਤੇ ਹਾਂ ਗਲਤੀ ਕਰਕੇ ਜੇ ਤੂੰ ਛੱਡ ਹੀ ਦਿੰਦਾ ਤੇ ਉਹ ਹੀ ਬਿਹਤਰ ਸੀ। ਆਂਦਾ ਨਹੀਂ ਵੀ ਤੂੰ ਮੇਰੇ ਵਾਲੀ ਨਹੀਂ, ਬਸ ਹਾਂ ਵੀ ਤੂੰ ਮੇਰੇ ਵਾਲੀ ਨਹੀਂ, ਮੈਂ ਤੈਨੂੰ ਛੱਡ ਦੇਣਾ। ਕਤਲ ਕਰਨਾ ਕਿਉਂ ਹੀ ਤੁਸੀਂ ਠੀਕ ਸਮਝਿਆ? ਬਸ ਵੇ ਸਾਹਿਬ ਅਸਾਂ ਇਹ ਸੋਚਿਆ ਵੀ ਇਹ ਦੁਨੀਆ ਤੋਂ ਜਾਏ ਹਾਂ ਤੇ ਨਹੀਂ ਪਤਾ ਉਹਨੇ ਦੁਨੀਆ ਤੋਂ ਜਾਣਾ ਸੀ, ਆਪ ਹੀ ਦੁਨੀਆ ਤੋਂ ਟੁਰ ਗਏ। ਆਪ ਹੀ ਦੁਨੀਆ ਤੋਂ ਆਪ ਹੀ ਟੁਰ। ਠੀਕ ਕੀਤਾ ਹੀ ਕਤਲ? ਹਾਂਜੀ ਠੀਕ ਕਰਤਾ ਕਤਲ ਆਪਣੀ ਭੈਣ ਨੂੰ? ਹਾਂਜੀ ਠੀਕ ਕਰ ਦਿੱਤਾ, ਕਿਉਂਕਿ ਗਲਤੀ ਸਰ ਜੀ ਸਾਡੀ ਇੱਜ਼ਤ ਨਹੀਂ ਹੈ ਗਵਾਰਾ ਚਾਹੁੰਦੀ, ਕਿਉਂਕਿ ਰੋਜ਼ ਨਾ ਪਿਸਤਾਉਣ ਨਾਲੋਂ ਬਿਹਤਰ। ਕੋਈ ਪਛਤਾਵਾ ਨਹੀਂ ਕਤਲ ਦੀ? ਪਛਤਾਵਾ ਕੋਈ ਨਹੀਂ ਹੈ ਸਰ ਜੀ ਸਾਨੂੰ, ਹੈ ਕੋਈ नहीं है, कोई पछतावा नहीं है। इस वक्त हमारे साथ मौजूद है SHO सदर गुजरांवाला एजाज अहमद भट्ट साहब। बहुत शुक्रिया भट्ट साहब, आपने वक्त दिया जी। ये बताइएगा एक अंधे कत्ल की वारदात हुई, किस तरह से मुल्ज़मान तक पहुँचे, असल में हुआ क्या, क्या वजूहात है जिसकी वजह से ये कत्ल किया गया? ये 9 जनवरी 2023 का वाक़या है कि हमें 3 बजे के करीब रेस्क्यू 15 पर कॉल मसूल हुई कि जो सेम नाला कोका कोला फैक्ट्री गुजरांवाला के पास से गुजरता है, उसमें एक डेड बॉडी पड़ी हुई है। सही। तो हमने फौरी तौर पर रिस्पॉन्ड किया, वहाँ पर पहुँचे तो डेड बॉडी जो है नाले के अंदर
उनके मुँह पड़ी हुई थी। उसका कोई पता नहीं था चल रहा कि ये मर्द की डेड बॉडी है या औरत की डेड बॉडी है। शिनाख्त अभी नहीं हो पा रही। शिनाख्त नहीं थी हो रही कि ये किसकी है। फिर हमने रेस्क्यू 1122 को बुलाया, उनको इतला की कि इस तरीके से डेड बॉडी नाले में पड़ी हुई है, तो आकर इसको निकालें। तो फिर उनकी टीम आई मौके पे, उन्होंने डेड बॉडी बाहर निकाली, तो फिर हमें पता चला कि ये औरत की डेड बॉडी है। सही। तो वहाँ पर काफ़ी लोग जो है गिरदोनवा के आबादी के जो जमा हो गए, जो मज़दूर थे वहाँ पे फैक्ट्रियों में, क्योंकि ये सारा फैक्ट्री एरिया है, सेम नाले के गिरदोनवा में फैक्ट्रियाँ हैं, उन्हीं का जो वेस्टेज है वहाँ से ड्रेन होता है। बोरी में बंद थी कि वैसे ही पड़ी थी? वैसे ये पड़ी हुई थी, इसके गले में रस्सी डली हुई थी, पाँव भी इसके बांधे हुए थे। तो काफ़ी लोग वहाँ पे जब इकट्ठे हो गए तो फिर पता चला कि ये शमैला नामी है जो क्रिश्चियन कम्युनिटी से तल्लक रखती है, और साथ ही सेम नाले से 3-4 किलोमीटर की दूरी पर एक गुजरांवाला की क्रिश्चियन कम्युनिटी की सबसे बड़ी आबादी फ्रांसिसाबाद है। ये वहाँ की रहायशी है और इसके खामद का नाम जो है वो रऊफ मसीह है। मौके पर ही शिनाख्त हो गई वो? निकालते जी डेड बॉडी निकालते जी मौके पे शिनाख्त हो गई। लोगों ने शिनाख्त कर ली? लोगों ने शिनाख्त करके हमें बताया, और मीनवाइल बाकायदा तफ्तीश का आगाज कर जी बाकायदा तफ्तीश का इसका आगाज़ किया गया। मीनवाइल हमें जो क्रिश्चियन कम्युनिटी है फ्रांसिसाबाद, वहाँ से हमें एक टिप ऑफ आई कि ये जो इसका भाई है नईम, उसको भी इंटेरोगेट किया जाए, उसका भी डाटा जो है टेलीफोनिक जो उसकी गुफ्तगू है वो चेक की जाए। उसकी मकतूला का सगा भाई? जो मकतूला का सगा भाई है। अच्छा। तो हमने जब नईम को शामिल तफ्तीश करने की कोशिश की तो वो हमारे से दूर भागने की उसने हर दफ़े कोशिश की। हमने जो भी कांस्टेबल उसके पास भेजा कि आपकी बहन कत्ल हुई है, आप आके आईओ के पास, इन्वेस्टिगेशन ऑफिसर के पास आएँ और अपना मौक़िफ़ बताएं कि इसको किसने कत्ल किया है। सही। तो बजाय इसके कि वो पुलिस के साथ कोऑपरेट करता, उसने कोऑपरेट करने की बजाय पुलिस से दूरी इख्तियार करनी शुरू की, किनारा कशी शुरू कर दी। तो वो जो शक था पुलिस का वो फिर आहिस्ता आहिस्ता यकीन में बदलना शुरू हो गया। बाकी जो 302 के मुकदमात होते हैं, बाकी जो ब्लाइंड मर्डर के जो वारदात होती है, उनसे परेशानी होती है, उनकी निस्बत ये बिल्कुल ही ब्लाइंड होने के बावजूद ये बिल्कुल रिलैक्स थे। सही। तो फिर हमने अपने तौर पर इसकी सारी फैमिली जो है इसका एनालिसिस किया, CDR का एनालिसिस किया, डाटा मुद्दई का डाटा चेक किया, मकतूला का डाटा चेक किया, और उसके अलावा इसका जो भाई है और दीगर फैमिली मेम्बर जो हैं उनका चेक किया। मकतूला के 2 बच्चे भी थे। अच्छा। उनको भी हमने अपने तौर पे इंटरव्यू किया। मल्टीपल टाइम हमने मुद्दई से इसके मतलब इसके करैक्टर के हवाले से पूछा शमैला के, और ये आज ही क्या जिस दिन ये इसकी डेड बॉडी मिली है उसी दिन ये घर से गायब हुई है या उससे पहले की गायब हुई है, तो किसी भी बात का कोई माकूल जवाब नहीं देता था हमें, तसल्ली बख्श जवाब नहीं था देता। जो भी बात हमने करनी है हमारे सवाल को ही थोड़ा बहुत उसने तोड़ मोड़ के, जी ऐसे ही हो गया जैसे आप कह रहे हैं, जी आप जैसे कह रहे हैं वैसे ही होगा। तो ये बातें जो हैं ये सारी इन्वेस्टिगेशन में हमें तो हेल्प आउट की, लेकिन इनके ये खिलाफ जाती गई। तो इस तरह हमने जब इसको अपना मटेरियल हमने इनके ख़िलाफ़ एविडेंस से इकट्ठी हो गई, इनका डाटा इकट्ठा हो गया, और फिर जब हमने नईम को शामिल तफ्तीश किया तो उसने फिर ये बात बताई कि मेरी जो सिस्टर है शमैला, जिसकी 10-12 साल कबल शादी हुई थी रऊफ मसीह के साथ, उसने मैं बार ये शिकायत की है कि इसके करैक्टर के हवाले से कि ये घर से 3-3, 4-4 दिन चली जाती है और मोबाइल बंद कर देती है, फिर अपने तौर पे हम तलाश करते रहते हैं, कभी मिल जाती है, कभी अपने तौर पे हफ्ता 10 दिन के बाद आ जाती है। तो काफ़ी दफ़ा कहते हैं कि हमने शमैला को समझाया कि ये बात ठीक नहीं है, हमारी बदनामी होती है, बेइज्जती होती है माशरे में, और ये अच्छा काम है। वो बात नहीं आई। तो फिर वारदात जो है 9 जनवरी को ये डेड बॉडी मिली है, तो उससे एक दिन पहले हमने जब कहता है कि बच्चे सो गए थे, तो रात 12 बजे के बाद हमने इसी के दुपट्टे के साथ इसका गला दबा कर इसको उधर घर में ही कत्ल कर दिया था। और नईम कहता है नईम कहता है नईम और रऊफ ने मिलकर ये नईम और रऊफ ने मिलकर अच्छा
इसका शमैला का उसी के दुपट्टे के साथ गला दबा कर घर में। नाज़रीन, गैरत के नाम पर कत्ल कर देना एक आम सी बात हो गई है। इस केस में भी ऐसा ही हुआ। शौहर और भाई ने मिलकर 2 बच्चों की मां को गैरत के नाम पर कत्ल कर दिया। लिहाजा अपने रिश्तों को वक्त दीजिए, उनका एहसास कीजिए, ताकि नौबत इस नहज तक ना आ जाए। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।